हाँ जी दलीप भाई ਤੁਸੀਂ ਕਾਫੀ ਦੇਰ ਤੋਂ ਪਲਾਨ ਕਰ ਰਹੇ ਸੀ ਆਪਣਾ ਪ੍ਰੋਡਕਸ਼ਨ ਹਾਊਸ ਲਾਂਚ ਕਰਨ ਵਾਸਤੇ ਜੀ ਤੇ ਆਮ ਸੋ ਲੱਕੀ ਕਿ ਆਪਾਂ ਦੋਵਾਂ ਨੇ ਇਕੱਠੇ ਲਾਂਚ ਕੀਤਾ ਸੋ ਤੁਹਾਨੂੰ ਕਿੱਦਾਂ ਲੱਗਿਆ ਮੇਰੇ ਨਾਲ ਸਾਡੇ ਤਿੰਨ ਮੋਸ਼ਨ ਤੇ ਸਟੋਰੀ ਟੈਲਿੰਗ ਮੈਂ ਬਹੁਤ ਦੇਰ ਤੋਂ ਸੋਚ ਰਿਹਾ ਸੀ ਐਕਚੁਅਲੀ ਪਹਿਲੀ ਫਿਲਮ ਤੋਂ ਬਾਅਦ ਹੀ ਮੈਨੂੰ ਸਾਰਿਆਂ ਨੇ ਕਿਹਾ ਸੀ ਕਿ ਹੁਣ ਤੂੰ ਕਿਸੇ ਦੇ ਲਈ ਫਿਲਮ ਨਹੀਂ ਕਰਨੀ ਜਦੋਂ ਜੱਟ ਐਂਡ ਜੂਲੀਅਟ ਸਾਡੀ ਹਿੱਟ ਹੋ ਗਈ ਸੀ ਕਿ ਹੁਣ ਕਿਸੇ ਲਈ ਫਿਲਮ ਨਹੀਂ ਕਰਨੀ ਹੁਣ ਤੂੰ ਆਪਣੇ ਲਈ ਫਿਲਮ ਕਰਨੀ ਬਟ ਮੈਨੂੰ ਤਾਂ ਲੱਗਾ ਕਿ ਯਾਰ ਇਟਸ ਓਕੇ ਕੀ ਮਤਲਬ ਓਕੇ ਕੰਮ ਹੋ ਰਿਹਾ ਵਧੀਆ ਇਹੀ ਬਹੁਤ ਔਰ ਮੇਰੀ ਕੋਈ ਇੱਛਾ ਨਹੀਂ ਸੀ ਪ੍ਰੋਡਿਊਸਰ ਇੱਦਾਂ ਬਣਨ ਦੀ ਅਤੇ ਮੈਨੂੰ ਇਹ ਸੀ ਕਿ ਮੈਂ ਵਧੀਆ ਕੰਮ ਕਰਾਂ ਦੈਨ ਫਿਰ ਬਾਲੀਵੁੱਡ 'ਚ ਕੰਮ ਕਰਾਂ ਇੱਦਾਂ ਇੱਛਾ ਸੀ ਬਟ ਉਹ ਸਾਰੀਆਂ ਚੀਜ਼ਾਂ ਚੇਂਜ ਹੁੰਦੀਆਂ ਜਾਂਦੀਆਂ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਕਿ ਕੋਈ ਵੀ ਗੋਲ ਸੈੱਟ ਨਾ ਕਰੋ ਤੁਸੀਂ ਉਹ ਗੋਲ ਦੂਸਰੇ ਦਿਨ ਤੁਹਾਡੇ ਲਈ ਮਾਇਨੇ ਵੀ ਰੱਖਦਾ ਜਾਂ ਨਹੀਂ ਰੱਖਦਾ ਪਤਾ ਨਹੀਂ ਹੁੰਦਾ ਸੋ ਹੁਣ ਮੈਂ ਸਿਰਫ ਇੰਜੋਏ ਕਰ ਰਿਹਾ ਬਟ ਮੈਂ ਚਾਹੁੰਦਾ ਸੀ ਕਿ ਜਦੋਂ ਫਿਲਮ ਕਰਾਂ ਪ੍ਰੋਡਿਊਸ ਤਾਂ ਉਹ ਸਹੀ ਤਰੀਕੇ ਨਾਲ ਕਰਾਂ ਔਰ ਆਰਟਿਸਟ ਮੈਂ ਇੱਦਾਂ ਸੁਣਿਆ ਇੱਦਾਂ ਗੱਲਾਂ ਕਰਦੇ ਨਹੀਂ ਵਧੀਆ ਇੱਦਾਂ ਨਹੀਂ ਵਧੀਆ ਮੈਂ ਕਿਹਾ ਯਾਰ ਜੇ ਕਿਤੇ ਮੈਂ ਫਿਲਮ ਬਣਾਵਾਂ ਮੈਂ ਕਿਸੇ ਆਰਟਿਸਟ ਨੂੰ ਇੱਦਾਂ ਸੁਣ ਲਿਆ ਮੇਰਾ ਤਾਂ ਦਿਲ ਹੀ ਟੁੱਟ ਜਾਣਾ ਮੈਂ ਤਾਂ ਕੰਮ ਹੀ ਨਹੀਂ ਕਰ ਸਕਦਾ ਸੋ ਮੈਨੂੰ ਰਾਈਟ ਬੰਦੇ ਨਹੀਂ ਸੀ ਮਿਲਦੇ ਸੋ ਦਲਜੀਤ ਥਿੰਦ ਭਾਜੀ ਇਜ਼ ਅ ਰਾਈਟ ਪਰਸਨ ਜਿਨ੍ਹਾਂ ਦੇ ਨਾਲ ਮੈਂ ਫਿਲਮ ਕਰ ਸਕਦਾ ਸੀ ਹਾਲਾਂਕਿ ਮੈਂ ਇੰਨੀਆਂ ਫਿਲਮਾਂ ਕੀਤੀਆਂ ਸਟੋਰੀਆਂ ਵੀ ਆਪ ਸੋਚਦੇ ਸੀ ਕਈ ਨਾਮ ਵੀ ਜਿਹੜੇ ਫਿਲਮਾਂ ਦੇ ਆ ਉਹ ਸੀ ਆਪ ਰੱਖੇ ਆਪ ਸੋਚੇ ਪਰ ਮੈਂ ਕਦੇ ਪ੍ਰੋਡਿਊਸ ਕਰਨ ਦੀ ਨਹੀਂ ਸੋਚਿਆ ਕਿਉਂਕਿ ਮੈਨੂੰ ਰਾਈਟ ਜਗ੍ਹਾ ਨਹੀਂ ਸੀ ਬਟ ਵਿਦ ਥਿੰਦ ਮੋਸ਼ਨ ਪਿਕਚਰਸ ਐਂਡ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੀ ਪਹਿਲੀ ਫਿਲਮ ਥੈਂਕ ਯੂ ਥੈਂਕ ਯੂ ਭਾਜੀ ਤੇ ਤੁਹਾਡਾ ਕੰਮ ਕਰਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਮਜ਼ਾ ਵੀ ਆਇਆ ਥੈਂਕ ਯੂ ਸੋਨਮ ਤੁਹਾਨੂੰ ਕਿੱਦਾਂ ਲੱਗਿਆ ਸਾਡੇ ਪ੍ਰੋਡਕਸ਼ਨ ਹਾਊਸ ਦਾ ਕੰਮ ਥਿੰਦ ਮੋਸ਼ਨ ਬਹੁਤ ਵਧੀਆ ਜਿਹਨੂੰ ਕਹੀਦਾ ਆ ਤੁਸੀਂ ਸਾਡੀਆਂ ਆਦਤਾਂ ਵਿਗਾੜ ਦਿੱਤੀਆਂ ਆ ਸੋ ਹੁਣ ਜਦੋਂ ਅਸੀਂ ਹੋਰਾਂ ਨਾਲ ਕੰਮ ਕਰਨਾ ਆ ਇਟਸ ਗੋਇੰਗ ਟੂ ਬੀ ਡਿਫਿਕਲਟ ਬਿਕਾਜ਼ ਆਈ ਡੋਂਟ ਥਿੰਕ ਸੋ ਫਿਲਮਾਂ ਸਾਰੇ ਕਰਦੇ ਆ ਪਰ ਵੀ ਵਰ ਸਪੋਇਲਡ ਔਨ ਸੈਟ ਹੈ ਨਾ ਇਨ ਐਵਰੀ ਪੋਸੀਬਲ ਵੇ ਸੋ ਹੁਣ ਦਲਜੀਤ ਜੀ ਇਟਸ ਗੋਇੰਗ ਟੂ ਬੀ ਡਿਫਿਕਲਟ ਤੇ ਅਸੀਂ ਕਿੱਦਾਂ ਮੈਨੇਜ ਕਰਾਂਗੇ ਵੀ ਆਰ ਸਪੋਇਲਡ ਨਾਓ ਸੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਇੰਨਾ ਐਕਸਪੈਕਟ ਕੀਤਾ ਸੀ ਸੋ ਉਸ ਤੋਂ ਬਹੁਤ ਜ਼ਿਆਦਾ you know in terms of support pyar comfort everything and also we ended up making a good film so it was with the satisfaction 15th October ਸਨਾਸ ਤੁਹਾਨੂੰ ਕਿਦਾਂ ਲੱਗਿਆ ਦੋਨੇ ਪ੍ਰੋਡਕਸ਼ਨ ਹਾਊਸ ਤੁਸੀਂ ਮੈਨੂੰ ਲੱਗਦਾ ਇੱਧਰ ਆ ਜਾਓ ਮੈਂ ਉੱਧਰ ਜਾਂਦੀ ਅੱਛਾ ਮੈਨੂੰ ਤੁਹਾਡੇ ਨਾਲ ਬਹੁਤ ਵਧੀਆ ਲੱਗਾ ਤੁਹਾਡੀ ਸਮਾਈਲ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੁਣ ਬਟ ਉਹ ਕੈਮਰੇ ਦੇ ਪਿੱਛੇ ਲੋਕਾਂ ਨੇ ਦੇਖਿਆ ਸਪੈਸ਼ਲ ਇੱਥੇ ਫੋਟੋ ਇਹਦਾ ਕਰਕੇ ਆਏਗੀ ਜਿਵੇਂ ਤੁਹਾਡਾ ਟ੍ਰੇਲਰ ਆਪਣਾ ਲਾਂਚ ਹੋਇਆ ਮੈਂ ਤੁਹਾਡੀਆਂ ਅੱਖਾਂ 'ਚ ਅਥਰੂ ਦੇਖੇ ਸੀਗੇ ਅਸੀਂ ਮਿਸ ਕਰ ਗਏ ਅਸੀਂ ਸਿਰਫ ਗੁੱਚੀ ਦਾ ਸਵੈਟਰ ਦੇਖਿਆ ਬਹੁਤ ਜ਼ਿਆਦਾ ਲਾਈਕ ਅਥਰੂ ਆ ਗਏ ਸੀ ਕਿ ਹਾਂ ਟ੍ਰੇਲਰ ਨੂੰ ਇੰਨਾ ਪਿਆਰ ਮਿਲ ਰਿਹਾ ਸੋ ਮੈਂ ਲੱਕੀ ਹਾਂ ਕਿ ਜੇ ਅਸੀਂ ਤੁਹਾਨੂੰ ਇੰਨੀ ਖੁਸ਼ੀ ਦੇ ਸਕਦੇ ਹਾਂ ਤੇ ਸਾਡਾ ਕੰਮ ਆ ਹਸਾਉਣਾ ਤੇ ਅਸੀਂ ਐਂਟਰਟੇਨ ਕਰਨਾ ਤੇ ਜੇ ਅਸੀਂ ਇੰਨੇ ਕਾਬਿਲ ਹਾਂ ਕਿ ਤੁਹਾਡੇ ਖੁਸ਼ੀ ਦੇ ਆਂਸੂ ਲਿਆਈਏ ਤੇ ਉਹ ਤੋਂ ਵੱਡੀ ਗੱਲ ਕੀ ਹੈ ਵਾਹ ਬਹੁਤ ਟਾਈਮ ਇੱਦਾਂ ਹੁੰਦਾ ਆ ਬਟ ਐਕਚੁਅਲੀ ਮੈਨੂੰ ਬਹੁਤ ਇਨੋਸੈਂਟ ਲੱਗਦੇ ਇੱਦਾਂ ਦੇ ਬੰਦੇ ਜਿਹੜੇ ਬੰਦੇ ਇੱਦਾਂ ਦੀ ਗੱਲ ਕਰਦੇ ਆ ਉਹ ਬਹੁਤ ਹੀ ਇਨੋਸੈਂਟ ਹੁੰਦੇ ਆ ਬਹੁਤ ਹੀ ਪਿਆਰੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਕੀ ਕਹਿ ਰਹੇ ਆ ਔਰ ਸ਼ਾਇਦ ਉਹ ਨਾ ਬਚਾ ਕੇ ਲੁਕੋ ਕੇ ਗੱਲ ਕਰ ਰਹੇ ਹੁੰਦੇ ਆ ਪਰ ਸਾਹਮਣੇ ਵਾਲੇ ਨੂੰ ਫਿਰ ਵੀ ਪਤਾ ਲੱਗਦੀ ਆ ਔਰ ਮੇਰੀ ਆਦਤ ਆ ਕਿ ਜੇ ਮੈਨੂੰ ਪਤਾ ਵੀ ਲੱਗਦਾ ਪਿਆ ਉਸ ਗੱਲ ਦਾ ਤੇ ਮੈਂ ਉਹਨੂੰ ਕਹਿੰਦਾ ਨਹੀਂ ਕਿ ਮੈਨੂੰ ਤੇਰੀ ਗੱਲ ਪਤਾ ਲੱਗ ਗਈ ਔਰ ਆਈ ਨੋ ਵਾਟ ਯੂ ਵਾਂਟ ਟੂ ਸੇ ਆਈ ਨੋ ਵਾਟ ਯੂ ਵਾਂਟ ਤੇਰੇ ਅੰਦਰ ਕੀ ਆ ਤੂੰ ਕੀ ਕਹਿਣਾ ਚਾਹੁੰਦਾ ਉਸ ਚੀਜ਼ ਤੋਂ ਬਟ ਉਹ ਮੈਨੂੰ ਇਨੋਸੈਂਟ ਲੱਗਦਾ ਕਿਉਂਕਿ ਉਹ ਬਹੁਤ ਹੀ ਇਨੋਸੈਂਟ ਹੀ ਆ ਜਿਹੜੇ ਇੱਦਾਂ ਦੀਆਂ ਹਰਕਤਾਂ ਕਰਦੇ ਪਏ ਅਦਰਵਾਈਜ਼ ਕਿਸੇ ਨੇ ਕਿਸੇ ਤੋਂ ਕੀ ਲੈਣਾ ਹਰ ਇੱਕ ਦੀ ਆਪਣੀ ਲਾਈਫ ਆ ਆਪਣੀ ਜਰਨੀ ਆ ਤੁਸੀਂ ਜੇ ਕਿਸੇ ਨੂੰ ਪਾਗਲ ਜਾਂ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਸੀਂ ਬਹੁਤ ਹੀ ਪਿਆਰੇ ਇਨੋਸੈਂਟ ਹੋ ਤੁਸੀਂ ਕਿਸੇ ਨੂੰ ਉਹ ਹੀ ਦੋਗੇ ਜੋ ਤੁਹਾਡੇ ਤੋਂ ਮੰਗ ਰਿਹਾ ਰਾਈਟ ਇਫ ਰੀਲੀ ਵਾਂਟਸ ਟੂ ਸੀ ਦ ਸ਼ੂ ਕਲੈਕਸ਼ਨ ਦੈਨ ਦ ਬੁੱਕ ਕਲੈਕਸ਼ਨ he'll get that ਜਿੱਦਾਂ ਜੋ ਮਿਲਦਾ ਆ ਜਿਨ੍ਹਾਂ ਨੇ ਜੋ ਦੇਖਣਾ ਆ we just end up you know giving that person that ਮੈਨੂੰ ਮੈਂ ਉਹ ਲੋਕਾਂ ਤੋਂ ਵੈਸੇ ਦੂਰ ਰਹਿੰਦੀ ਹਾਂ ਬਹੁਤ ਜ਼ਿਆਦਾ ਜਿਹੜੇ ਸਨੈਪਚੈਟ ਪਹਿਲਾਂ ਮੈਂ ਵੀ ਇੱਦਾਂ ਦੀ ਸੀ ਇੱਕ ਟਾਈਮ ਤੇ ਮੈਂ ਵੀ ਇੱਦਾਂ ਦੀ ਸੀ ਫੁਕਰੀ ਟਾਈਪ ਐਂਡ ਫੁਕਰੀਆਂ ਮਾਰਦੀ ਸੀ ਇਹ ਉਹ ਸਨੈਪਚੈਟ 'ਤੇ ਇੱਦਾਂ ਬਟ ਮੈਨੂੰ ਲਾਈਫ ਨੇ ਬਹੁਤ ਕੁਝ ਸਿਖਾਇਆ ਐਂਡ ਮੈਂ ਹੁਣ ਉਹਨਾਂ ਲੋਕਾਂ ਤੋਂ ਵੀ ਦੂਰ ਰਹਿੰਦੀ ਹਾਂ ਮੈਨੂੰ ਡੇਂਜਰਸ ਲੱਗਦੇ ਆ ਉਹ ਲੋਕ ਜਿਹੜੇ ਇਹ ਚੀਜ਼ਾਂ ਕਰਦੇ ਆ ਐਂਡ ਮੈਨੂੰ ਲੱਗਦਾ ਕਿ ਆਪਾਂ ਨੂੰ ਨਾ ਦਿਖਾਉਣ ਦੀ ਲੋੜ ਨਹੀਂ ਹੁੰਦੀ ਆਪਣਾ ਦਿਖ ਜਾਂਦਾ ਸਮਝਦਾਰ ਬੰਦੇ ਨਾ ਜਿਹੜੇ ਇੰਟੈਲੀਜੈਂਟ ਹੁੰਦੇ ਆ ਅੱਜ ਕੱਲ੍ਹ ਕੋਈ ਵੀ ਮਤਲਬ
ਇਦਾਂ ਦਾ ਬੰਦਾ ਨਹੀਂ ਹੈ ਜਿਹੜਾ ਇੰਟੈਲੀਜੈਂਟ ਨਹੀਂ ਹੈਗਾ, ਸਾਰੇ ਸਮਝਦੇ ਆ ਵਾਈਬਸ ਜਿਹੜੀਆਂ, ਵਾਈਬ ਤੇਰੀ ਮੇਰੀ ਮਿਲਦੀ ਇੱਥੇ ਗਾਣਾ ਠੋਕ ਦਿਓ ਪਿੱਛੇ। ਹਾਂ, ਤੇ ਉਹ ਜੋ ਵਾਈਬ ਹੈ ਨਾ, ਵਾਈਬ ਆ ਜਾਂਦੀ ਆ ਬੰਦੇ ਨੂੰ ਕਿ ਇਹ ਬੰਦਾ ਕਿੱਦਾਂ ਦਾ ਵਾ। ਮੈਂ ਬੰਦੇ ਦਾ ਜਿਹੜਾ ਮੈਂ ਹਮੇਸ਼ਾ ਬੰਦੇ ਨੂੰ ਦੇਖਦੀ ਆ ਉਹ ਪਿੱਛੇ ਕੀ ਆ, ਅੱਗੇ ਬੋਲਣ ਦੀ ਕੀ ਕੋਸ਼ਿਸ਼ ਕਰ ਰਿਹਾ ਐਂਡ ਬੋਲਣਾ ਕੀ ਚਾਹੁੰਦਾ, ਇਹ ਮੈਨੂੰ ਬਹੁਤ ਚੰਗੀ ਤਰ੍ਹਾਂ ਮਿਲਦਾ। ਬਟ ਮੈਂ ਡਮ ਬਣਦੀ ਆ ਬਾਈ ਚੋਇਸ। ਸ਼ਨਾਜ਼ ਗਿੱਲ ਡਮ ਬਣਦੀ ਹੈ ਬਾਈ ਚੋਇਸ। ਰਾਈਟ ਮਸਾਲਾ ਫॉर DMC ਕਿ ਜੀ ਤੁਸੀਂ ਆਪਣੇ ਕੈਰੈਕਟਰ ਨਾ ਕਰਦੇ, ਤੁਹਾਡੀ ਜਗ੍ਹਾ ਹੋਰ ਤੁਹਾਡਾ ਕੈਰੈਕਟਰ ਕੌਣ ਪਲੇ ਕਰ ਸਕਦਾ? ਸਾਰੇ ਸਵਾਲ ਮੇਰੇ ਵਾਲੀ। You are the intelligent one. Yeah, right. We are the Each one. newcomers. So ਪੰਜਾਬ ਵਿੱਚ ਜੁੜਨੇ ਆ? Yeah, like even ਪੰਜਾਬ। ਕਿਤੋਂ ਵੀ ਚੜੋ, ਹਾਲੀਵੁੱਡ ਚੋਂ ਚੜੋ, ਹਾਲੀਵੁੱਡ ਚੋਂ ਚੜੋ, ਨਹੀਂ ਪੰਜਾਬੀ ਹੋਰ ਜਿੱਥੋਂ ਮਰਜ਼ੀ ਚੜੋ। ਤੁਸੀਂ ਜਿੱਥੋਂ ਤੁਹਾਡਾ ਮਨ ਕਰਦਾ, ਹੁਣ ਇੱਥੇ ਕਿਹੜਾ ਪੈਸਾ ਲੱਗਣਾ ਆਪਣਾ। ਅੱਛਾ ਚਲੋ ਹਾਲੀਵੁੱਡ ਦਾ ਸੋਚਦੇ ਆ, ਇੰਟਰਸਟਿੰਗ ਹੋਗਾ। ਜੇ ਜੈਸਮਿਨ ਦਾ ਕਿਰਦਾਰ ਜੇ ਮੈਂ ਹਾਲੀਵੁੱਡ 'ਚ ਕਿਸੇ ਨੂੰ ਨਵਾਂ ਤਾਂ ਗੈਲ ਕਿਦਾਂ, ਉਹ ਇਹਨਾਂ ਨੂੰ ਵੀ ਬਹੁਤ ਪਸੰਦ ਹੈ। ਹਾਂ, ਪੰਜਾਬੀ ਲੱਗਦਾ। ਤੇ ਮੇਰਾ ਉਹ ਫਿਰ ਤੁਹਾਡਾ ਦੱਸ ਦਿਓ। ਲਿਓਨਾਰਡੋ ਡਿਕਾਪਰੀਓ। ਓਕੇ, ਅੱਛਾ ਸੋਚ ਵੱਡੀ ਰੱਖਣੀ ਆ। ਨਹੀਂ ਸੋਚ ਨਹੀਂ ਵੱਡੀ ਰੱਖਣੀ, ਕੰਮ ਚੱਕ ਕੇ ਰੱਖਣਾ। ਅੱਛਾ, ਤੇ ਮੈਨੂੰ ਜੇ ਲੱਗਦਾ ਤੇ ਮੇਰਾ ਕਰੈਕਟਰ ਕੌਣ ਕਰ ਸਕਦੀ ਜ਼ਿਆਦਾ, ਤੇ ਮੈਨੂੰ ਲੱਗਦਾ ਮੈਂ ਹੀ ਕਰ ਸਕਦੀ। ਇਹ ਹੋਰ ਵੀ ਗਾਣਾ ਚੱਲ ਗਏ। ਵੈਰੀ ਗੁੱਡ। ਵਾਈਬ ਤੇਰੀ ਮੇਰੀ ਮਿਲਦੀ ਮੈਨੂੰ ਲੱਗਦਾ ਮੈਂ ਹੀ ਪਰਫੈਕਟ ਹਾਂ ਇਸ ਕਰੈਕਟਰ ਲਈ, ਹੋਰ ਕੋਈ ਹੋ ਨਹੀਂ ਸਕਦਾ। ਗੱਲ ਹੀ ਖਤਮ। ਤੁਸੀਂ ਇਸ ਮੂਵੀ 'ਚ ਦਿਖਾਇਆ ਲਾਈਕ ਕਿੰਨਾ ਹਾਰਡ ਆ ਬੱਚਿਆਂ ਨੂੰ ਸਾਹਮਣਾ, ਤੁਹਾਡੇ ਪੇਰੈਂਟਸ ਨੂੰ ਕੀ ਹਾਲ ਸੀ, ਤੁਸੀਂ ਕੀ ਸ਼ਰਾਰਤਾਂ ਕਰਦੇ ਸੀ ਛੋਟੇ ਹੁੰਦੇ ਜੀ? ਦੱਸੋ ਨਹੀਂ ਸ਼ਰਾਰਤੀ। ਮੇਰੇ ਪੇਰੈਂਟਸ ਨੂੰ ਸਿਰਫ ਜ਼ਿਆਦਾ ਇਹ ਲੱਗਦਾ ਸੀਗਾ ਕਿ ਮੈਂ ਬਹੁਤ ਲੜਦੀ ਹਾਂ ਐਂਡ ਮੈਂ ਤੇ ਮੇਰਾ ਭਰਾ ਦੋਨੇ ਟਵਿੰਸ, ਵੀ ਆਰ ਟਵਿੰਸ। ਸੋ ਸਕੂਲ 'ਚ ਹਮੇਸ਼ਾ ਮੇਰੀ ਸ਼ਿਕਾਇਤ ਆਉਂਦੀ ਸੀ। ਨਹੀਂ ਉਹ ਟਵਿੰਸ ਨਹੀਂ ਹੈ ਜਿਨ੍ਹਾਂ ਦੇ ਮੋਢੇ ਜੁੜੇ। ਹਾਂ ਨਾਟ ਆਈਡੈਂਟੀਕਲ ਟਵਿੰਸ। ਹਾਂ ਇਹ ਪਿੱਛੇ ਲੋਕਾਂ ਨੇ ਮੂੰਹ ਆਇਆ ਅੱਡ ਲਈ ਸਾਰਿਆਂ ਨੇ। ਨਹੀਂ ਤੇ ਮੈਨੂੰ ਵੀ ਪਹਿਲੇ ਇਦਾਂ ਲੱਗਾ ਸੀ ਕਿ ਮੈਂ ਸਭ ਕੋਈ ਪੁੱਛਿਆ ਹੈ ਨਾ, ਨਹੀਂ ਕੁੜੀ ਮੁੰਡਾ ਆਈਡੈਂਟੀਕਲ ਨਹੀਂ ਹੋ ਸਕਦੇ। ਹਾਂ, ਤੇ ਉਹ ਮੈਂ ਉਹਦੇ ਲਈ ਬਹੁਤ ਪ੍ਰੋਟੈਕਟਿਵ ਸੀ। ਸੋ ਮੈਂ ਉਹਦੇ ਲਈ ਹਮੇਸ਼ਾ ਲੜਾਈ ਕਰਨੀ, ਕਲਾਸ 'ਚ ਵੀ ਕਿਸੇ ਨੇ ਵੀ ਉਹਨੂੰ ਕੁਝ ਕਹਿਣਾ, ਸੋ ਮੇਰੀ ਉਸ ਕਰਕੇ ਘਰੇ ਸ਼ਿਕਾਇਤ ਜਾਂਦੀ ਹੁੰਦੀ ਸੀ। ਹਾਂ, ਮੈਂ ਬਿਲਕੁਲ ਕਹਿ ਨਹੀਂ ਸੀ ਸਕਦਾ ਉਹਨੂੰ। ਮੈਂ ਉਹਦੇ ਲਈ ਬਹੁਤ ਪ੍ਰੋਟੈਕਟਿਵ ਸੀ। ਸੋ ਉਹਦੇ ਲਈ ਮੈਂ ਕਿਸੇ ਤੋਂ ਵੀ ਲੜ ਜਾਣਾ, ਤੇ ਉਹਦੇ ਕਰਕੇ ਮੇਰੇ ਘਰੇ ਕਾਫੀ ਮੇਰੇ ਲਈ ਕੰਪਲੇਂਟਸ ਆਉਂਦੀਆਂ ਸੀਗੀਆਂ। ਮੈਂ ਸੱਚੀ ਦੱਸਾਂ ਤਾਂ ਮੇਰਾ ਬਚਪਨਾ ਸ਼ਰਾਰਤਾਂ ਵਾਲਾ ਰਿਹਾ ਹੀ ਨਹੀਂ ਆ। ਮੇਰਾ ਬਚਪਨ ਥੋੜਾ ਡਿਫਿਕਲਟੀਜ਼ ਵਾਲਾ ਸੀ। ਬਟ ਹਾਂ, ਮੈਂ ਇੱਦਾਂ ਦੀ ਮੂਮੈਂਟਸ ਦੱਸ ਸਕਦੀ। ਮੈਂ ਆਪਣੇ ਚਾਚਾ ਜੀ ਨੂੰ ਬਹੁਤ ਪਿਆਰ ਕਰਦੀ ਹੁੰਦੀ ਸੀ ਐਂਡ ਮੈਨੂੰ ਆਪਣੀਆਂ ਹੀ ਕਿਊਟ ਮੂਮੈਂਟਸ ਲੱਗਦੀਆਂ ਜਦੋਂ ਚਾਚਾ ਜੀ ਲੇਟ ਹੋ ਜਾਂਦੇ ਸੀਗੇ ਨਾ, ਘਰੇ ਨਹੀਂ ਸੀ ਹੁੰਦੇ, ਸਾਡੀ ਦੁਕਾਨ ਸੀ ਉੱਥੇ। ਐਂਡ ਚਾਚਾ ਜੀ ਜਦੋਂ ਲੇਟ ਹੁੰਦੇ ਸੀ, ਮੈਂ ਸਾਡੇ ਇੱਕ ਜਿੱਦਾਂ ਬਣਾਇਆ ਹੋਇਆ ਸੀ ਵੀ ਜਿੱਦਾਂ ਪ੍ਰੇ ਕਰਦੇ ਹਾਂ, ਜਿੱਥੇ ਉਹ ਕਮਰਾ ਬਣਾਇਆ ਸੀ, ਮੈਂ ਉੱਥੇ ਜਾਂਦੀ, ਬਾਬਾ ਜੀ ਪਲੀਜ਼ 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 ਮੇਰੇ ਚਾਚਾ ਜੀ ਨੂੰ ਛੇਤੀ ਛੇਤੀ ਘਰੇ ਭੇਜ ਦਿਓ, ਪਲੀਜ਼ ਪਲੀਜ਼ ਅੱਜ ਭੇਜ ਦਿਓ। ਮੈਨੂੰ ਹੁੰਦਾ ਸੀ ਕਿ ਉਹਨਾਂ ਦੀ ਨਾ ਲਾਈਕ ਉਮਰ ਵੱਡੀ ਹੁੰਦੀ ਜਾਵੇ। ਜਦੋਂ ਆਵਾਜ਼ ਆਈ ਥੈਂਕ ਯੂ ਬਾਬਾ ਜੀ, ਆਪਾਂ ਕੱਲ੍ਹ ਮਿਲਦੇ ਹਾਂ, ਅੱਜ ਉਹ ਆ ਗਏ ਨੇ, ਹਾਂ ਠੀਕ ਆ ਓਕੇ। ਤੇ ਜਦੋਂ ਚਾਚਾ ਜੀ ਨੇ ਲੇਟ ਹੋ ਜਾਣਾ ਜਾਂ ਕਿੱਦਾਂ, ਮੈਂ ਬਾਬਾ ਗੁਰੂ ਨਾਨਕ ਦੇਵ ਜੀ ਦੀ ਫੋਟੋ ਸੀ, ਉਹਨਾਂ ਦਾ ਲੈਟਰ ਲਿਖਣੇ ਦਿਲ ਮਤਲਬ ਇੰਨਾ ਕੁ ਜ਼ਿਆਦਾ ਉਹ ਕਰਦੀ ਸੀ ਨਾ, ਮਤਲਬ ਬਾਬਾ ਜੀ ਨੂੰ ਉਹ ਅਟਰੈਕਟ ਕਿ ਮੇਰੇ ਚਾਚਾ ਜੀ ਨੂੰ ਹਮੇਸ਼ਾ ਖੁਸ਼ ਰੱਖਿਓ ਪਲੀਜ਼, ਉਹਨਾਂ ਨੂੰ ਕੁਛ ਹੋਵੇ ਨਾ। ਉਹਨਾਂ ਨਾਲ ਮੇਰਾ ਬੜਾ ਉਹ ਸੀਗਾ। ਮੈਂ ਕੰਧਾਂ ਤੇ ਬਹੁਤ ਲਿਖਦਾ ਸੀ ਤੇ ਉਹ ਮੇਰੇ ਘਰ ਦੇ ਪਰੇਸ਼ਾਨ ਰਹਿੰਦੇ ਸੀ। ਨਿਆਣੇ ਨੂੰ ਆਦਤ ਹੁੰਦੀ ਨਾ ਕੰਧਾਂ ਤੇ ਲਿਖਣ ਦੀ, ਤੇ ਮੈਂ ਬਹੁਤ ਕੰਧਾਂ ਤੇ ਲਿਖਿਆ। ਇੱਕ ਵਾਰ ਮੈਨੂੰ ਯਾਦ ਆ ਮਮ ਡੈਡ ਘਰੇ ਨਹੀਂ ਸੀ ਤੇ ਮੈਂ ਕੰਧਾਂ ਤੇ ਲਿਖੀ ਜਾਵਾਂ। ਮੇਰੀ ਭੈਣ ਮੇਰੀ ਮੈਨੂੰ ਬਹੁਤ ਕੁੱਟਦੀ ਹੁੰਦੀ ਸੀ, ਤੇ ਉਹ ਕਹਿੰਦੀ ਜਦੋਂ ਮੰਮੀ ਆਏ ਦੇਖੀ ਤੇਰੇ ਕਿੱਡੇ ਛਿੱਤਰ ਪੈਣੇ। ਉਹਨੇ ਫੋਨ ਵੀ ਕੀਤਾ ਸਾਡੇ ਰਿਸ਼ਤੇਦਾਰਾਂ ਨੂੰ ਕਿ ਲਵੀ ਨੇ ਅੱਜ ਕੰਧਾਂ ਤੇ ਲਿਖ ਲਿਆ। ਉਹ ਕਹਿੰਦੇ ਕੋਈ ਗੱਲ ਨਹੀਂ ਲਿਖ ਲੈਣ ਦੇ। ਕਿ ਮੇਰੀ ਪੇਰੈਂਟਸ ਕਹਿ ਦਿੰਦੇ ਵੀ ਕੋਈ ਨਹੀਂ ਹੁਣ ਕਿੱਥੇ ਪਰੇਸ਼ਾਨ। ਮੈਂ ਸੁਣ ਲਿਆ ਵੀ ਮੰਮੀ ਕਹਿੰਦੀ ਕੋਈ ਨਹੀਂ ਲਿਖ ਸਕਦਾ। ਮੈਂ ਹੋਰ ਵੱਡਾ ਕਰਕੇ ਲਿਖਿਆ ਕੰਧਾਂ ਦੇ ਉੱਤੇ। ਉਹ ਮੇਰੀ ਇੱਕ ਆਦਤ ਸੀ ਕੰਧਾਂ ਤੇ ਲਿਖਣਾ। ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਭਾਈ ਏਦਾਂ ਦੀਆਂ ਗੱਲਾਂ। ਤੇ ਏਦਾਂ ਮੈਨੂੰ ਫਿਰ ਬਹੁਤ ਗਾਲਾਂ ਪੈਣੀਆਂ, ਤੂੰ ਕੰਧਾਂ ਤੇ ਬਹੁਤ ਲਿਖਦਾ। ਇਹ ਨਹੀਂ ਲਿਖਿਆ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਭਾਈ ਏਦਾਂ ਬਹੁਤ ਲਿਖਦਾ ਹੁੰਦਾ। ਯੈਸ। ਚਲੋ ਜੀ, ਦੱਸੋ ਮੈਨੂੰ ਤੁਸੀਂ ਤਿੰਨੋਂ ਇੱਕ ਕੁਆਲਿਟੀ ਦੱਸੋ, ਬੈਸਟ ਕੁਆਲਿਟੀ ਵਰਕਿੰਗ ਵਿਦ ਈਚ ਅਦਰ।
ਬੈਸਟ ਕੁਆਲਿਟੀ ਅਬਾਊਟ ਸ਼ਨਾਜ਼ ਆਈ ਵੁੱਡ ਸੇ ਇਜ਼ ਉਹਨਾਂ ਦਾ ਕੌਨਫੀਡੈਂਸ ਮੈਨੂੰ ਬਹੁਤ ਵਧੀਆ ਲੱਗਦਾ ਆ। ਉਹੀ ਚੀਜ਼ ਮੈਨੂੰ ਸ਼ਿੰਦੇ 'ਚ ਵੀ ਬਹੁਤ ਵਧੀਆ ਲੱਗਦੀ ਆ ਔਰ ਉਹੀ ਚੀਜ਼ ਮੈਨੂੰ ਦਿਲਜੀਤ 'ਚ ਵੀ ਬਹੁਤ ਵਧੀਆ ਲੱਗਦੀ ਆ। ਬਹੁਤ ਵਧੀਆ ਸਾਥ ਹਾਂ DMZ ਨੂੰ ਜ਼ਿਆਦਾ ਮਸਾਲਾ ਨਹੀਂ ਮਿਲਿਆ ਇਸ ਕੁਐਸਚਨ ਆਨਸਰ ਕੁਆਲਿਟੀ ਆਹੀ ਆ ਮੈਨੂੰ। ਠੀਕ ਹੈ ਤੁਸੀਂ ਮਸਾਲੇ ਵਾਲੇ ਤੁਸੀਂ ਦੋ। ਚੱਲ ਚਲਾ ਮਸਾਲਾ। ਕੁਆਲਿਟੀ ਇਹੀ ਕਿ ਲਾਈਕ ਕੈਰੀ ਕਰ ਲੈਂਦੇ ਆ ਕਿਸੇ ਵੀ ਚੀਜ਼ ਨੂੰ, ਕਿ ਚਾਹੇ ਪੰਜਾਬੀ ਸਟਾਈਲ ਆ ਚਾਹੇ ਕੋਈ ਵੀ ਆ ਆਪਣਾ ਦੂਜਾ ਬੋਲਡ ਵੀ ਹੋਵੇ, ਚਾਹੇ ਮਤਲਬ ਕੈਰੀ ਕਰਨਾ ਹੁੰਦਾ ਈਜ਼ੀ। ਐਂਡ ਦਿਲਜੀਤ ਦੋਸਾਂਝ ਇਹਨਾਂ ਦੀ ਕੁਆਲਿਟੀ ਦੱਸਣੀ ਆ। ਤੂੰ ਦਿਸ ਕੁਆਲਿਟੀ ਦੱਸ ਦੇ ਮਸਾਲਾ ਚਾਹੀਦਾ। ਮਸਾਲਾ ਦੱਸਿਆ ਕਿ ਕਿਹੜੀ ਚੀਜ਼ ਪਸੰਦ ਨਹੀਂ ਆ। ਹਾਂ ਕੁਐਸਚਨ ਚੇਂਜ ਕਰਦੇ ਨਹੀਂ ਕੁਐਸਚਨ ਚੇਂਜ ਇਹ ਦੁਬਾਰਾ ਦੇ ਆ ਚਲੋ ਪਹਿਲਾਂ ਹਾਂ ਦੱਸ ਦੇ ਉਹ ਬਹੁਤ ਅੱਛਾ ਮਸਾਲਾ ਮਿਲਦਾ ਜਾ ਰਿਹਾ DMZ ਨੂੰ। ਵੈਰੀ ਗੁੱਡ। ਪਹਿਲਾਂ ਕੁਆਲਿਟੀ ਦੱਸ ਤੇ ਇਹਨਾਂ ਦੀ ਕੁਆਲਿਟੀ ਆ, ਮੈਂ ਸੱਚੀ ਮੈਂ ਫੇਰ ਉਹੀ ਗੱਲ ਕਰੂੰਗੀ, ਰੱਬ ਨਾਲ ਬਹੁਤ ਕਨੈਕਟਡ ਹੋ। ਮੈਂ ਵੀ ਹੋਣਾ ਚਾਹੁੰਦੀ ਆ ਸਾਰੇ ਆਪਾਂ। ਹਾਂ ਇਸ ਨਹੀਂ ਮੈਂ ਨਹੀਂ ਹੈਗੀ। ਹਾਂ ਮੈਂ ਬਿਲੀਵ ਕਰਦੀ ਆ ਕਰਮਾਂ ਤੇ, ਚੰਗਾ ਗਿਵ ਐਂਡ ਟੇਕ ਚ। ਠੀਕ ਹੈ ਬਈ ਯਾਰ ਆਪਾਂ ਮਤਲਬ ਕਰੂੰਗੇ ਵਧੀਆ ਤੇ ਵਧੀਆ, ਬਟ ਨਹੀਂ ਮੈਨੂੰ ਲੱਗਦਾ ਆਪਾਂ ਨੂੰ ਸ਼ਾਇਦ ਡੀਪਲੀ ਜ਼ਿਆਦਾ ਉੱਪਰ ਜਾ ਕੇ ਸੋਚਣਾ ਚਾਹੀਦਾ। ਮੇਰੇ ਰੱਬਾ ਤੂੰ ਕੀ ਹੈ, ਤੂੰ ਕੌਣ ਹੈ, ਕੌਣ ਆ ਇਹ ਬੰਦਾ ਹੈ ਕੌਣ ਯਾਰ, ਇੰਨਾ ਜ਼ਿਆਦਾ ਇਹਦੇ ਅੱਗੇ ਚੱਲਦੀ ਨਹੀਂ ਜਿਹਦੀ ਉਹ ਚੀਜ਼। ਤੇ ਉਹ ਤੁਸੀਂ ਕਨੈਕਟ ਕਰ ਰਹੇ ਹੋ ਨਾ, ਤੇ ਮੈਨੂੰ ਦੱਸਿਓ ਜਿੱਦਣ ਕਨੈਕਸ਼ਨ ਤੁਹਾਡਾ ਜ਼ਿਆਦਾ ਜੁੜ ਗਿਆ ਉਧਰ ਮੈਂ ਨਿਕਲ ਜਾਣਾ ਫਿਰ ਦੱਸਣ ਜੋਗਾ ਤੂੰ ਬਸ ਨਿਕਲਣ ਵਾਲਾ ਹੀ ਆ ਵਧੀਆ। ਔਰ ਮੈਂ ਕੁਆਲਿਟੀ ਦੱਸਾਂ ਸੋਨਮ ਤਾਂ ਕੁਆਲਿਟੀਆਂ ਪਾਈਆਂ ਪਈਆਂ। ਇੱਕ ਕੁਆਲਿਟੀ ਦੱਸੇ ਕੋਈ ਬੰਦਾ ਸ਼ੀ ਇਜ਼ ਕੁਆਲਿਟੀ ਹੈ ਅਬਵ ਕੁਆਲਿਟੀ। ਇਹ ਠੀਕ ਹੈ ਸ਼ੀ ਇਜ਼ ਅਬਵ ਕੁਆਲਿਟੀ। ਹਰ ਕੁਆਲਿਟੀ ਖਾਣਾ ਵਧੀਆ, ਪੀਣਾ ਵਧੀਆ, ਦਿਖਣਾ ਵਧੀਆ, ਐਕਟਿੰਗ ਵਧੀਆ, ਰੂਪ ਪਵਾ ਲਓ, ਹਸਾ ਲਓ, ਰਵਾ ਲਓ, ਆਲ ਰਾਊਂਡਰ ਹੀ ਆਪਣੀ। ਨਹੀਂ ਉਹ ਹੈਗਾ ਐਕਚੁਅਲੀ ਸ਼ੀ ਕੈਨ ਡੂ ਐਨੀਥਿੰਗ। ਜਿੱਦਾਂ ਉਹਨਾਂ ਨੇ ਕਿਹਾ ਕਿ ਹਰ ਚੀਜ਼ ਨੂੰ ਹੀ ਚੱਕ ਲੈਂਦੇ ਆ, ਵੇਟ ਬਹੁਤ ਚੱਕਦੇ ਨੇ ਜਿਮ 'ਚ। ਐਂਡ ਸ਼ਹਿਨਾਜ਼ ਗਿੱਲ ਇਜ਼ ਜੋ ਹੈ ਉਹ ਸਾਰਾ ਮੂੰਹ ਤੇ ਹੈ, ਤੁਹਾਡੇ ਜੋ ਅੰਦਰ ਹੈ ਉਹ ਤੁਹਾਡੇ ਮੂੰਹ ਤੇ ਹੈ। ਕੋਈ no filter zone with Shehnaz Gill, so which is our quality। ਉਹਦੀ ਕੁਆਲਿਟੀ ਹੈ ਕਿ ਜਿੱਦਾਂ ਦੀ ਉਹ ਹੈ ਉਹਦੀ ਹੈ ਉਦਾਂ ਹੀ ਉਹਨੂੰ ਸਾਰੇ ਪਸੰਦ ਕਰਦੇ। ਹੁਣ ਜਿਹੜੀ ਚੀਜ਼ਾਂ ਨਹੀਂ ਪਸੰਦ ਇਹ ਮੈਂ ਪਹਿਲਾਂ ਜਵਾਬ ਨਹੀਂ ਦੇਣਾ, ਇਹ ਤੋਂ ਹਰ ਨਹੀਂ ਤੂੰ ਹੀ ਅੱਜ ਜੋ ਹੈਗੀ ਤੂੰ ਹੀ ਆ। DMZ ਦਾ ਪਹਿਲਾਂ ਨਾ ਮੈਂ ਕਹਿ ਕੇ ਆਪਣੀ ਉਧਰੋਂ ਬੰਦ ਫਿਰ ਨਹੀਂ ਇਧਰੋਂ ਹੀ ਉਹੀ ਪਹਿਲਾਂ ਦੱਸੋ ਵੀ ਐ ਨਾ ਕਰੋ ਹੁਣ ਹਰ ਚੀਜ਼ 'ਚ ਮੈਂ ਨਹੀਂ ਦੱਸੋ ਫਿਰ। like putting me on। Oh my God, DMZ ਨੂੰ ਬਹੁਤ ਮਸਾਲਾ ਮਿਲਣਾ। ਆ ਜਾਓ ਜੀ ਫਿਰ ਮੈਨੂੰ ਕਿਉਂਕਿ ਇਦਾਂ ਤਾਂ ਹੈ ਮੈਨੂੰ ਸੋਚਣ ਦੋ। ਸੋਚ ਕੀ ਚੀਜ਼ ਨਹੀਂ ਪਸੰਦ, ਫਿਰ ਤੇ ਬਬਲ ਬਣੇਗਾ ਤਾਂ ਤੂੰ ਮਿਲੇਗਾ ਮਸਾਲਾ। It's very hard. I don't know it's okay. what Do it. ਕੁਛ ਵੀ ਬੋਲਣਾ, ਹਿੰਮਤ ਰੱਖਣੀ ਹੈ। ਹਾਂ ਕੁਛ ਅੱਛਾ ਫਿਰ ਬੋਲ ਦੋ ਪਹਿਲਾਂ। ਤੁਸੀਂ ਬੋਲ ਮੈਂ ਬਾਅਦ ਚੋਂ। ਹਾਏ ਰੱਬਾ ਇਹ ਦੇਖ ਲਓ ਕਿਉਂਕਿ ਤੁਹਾਡੇ ਤੋਂ ਸ਼ੁਰੂਆਤਾਂ ਹੁੰਦੀਆਂ ਨਾ, ਇਹ ਆ ਕਿਉਂ ਮੇਰੇ ਤੋਂ ਕਿਉਂ, ਕਿਉਂਕਿ ਤੁਸੀਂ ਅੱਛਾ ਪਹਿਲਾਂ ਤੁਸੀਂ ਦੱਸੋ। ਨਹੀਂ ਪਲੀਜ਼ ਬੋਲੋ ਫਿਰ ਕੀ ਹੈ। I actually don't know। ਫਿਰ ਵੀ ਵੈਸੀ ਮਤਲਬ ਉਹ ਨਹੀਂ ਲੱਗਦਾ ਬੰਦੇ ਨੂੰ ਯਾਰ ਇਦਾਂ ਬਸ ਟਾਈਮ ਲੱਗੂਗਾ ਪਹਿਲਾਂ ਦੱਸ। ਆਉਣ ਦੇ ਨਹੀਂ ਆਈ ਜੋ ਤੂੰ ਨਹੀਂ ਵਾਈ ਤੂੰ ਇੰਨਾ ਸੀਰੀਅਸ ਕਿਉਂ ਕਹਿਣਾ ਚਾਹੁੰਦੀ ਆ? ਪੋਜ਼ਿਟਿਵ ਤਾਂ ਆਪਾਂ ਬੋਲ ਹੀ ਦਿੰਦੇ ਹਾਂ ਹਰ ਇੱਕ ਦੇ ਬਾਰੇ। ਉਹ ਤਾਂ ਬਹੁਤ ਈਜ਼ੀ ਹੈ। ਅਦਰ ਮੈਂ ਡੀਪਲੀ ਜਾਣਦੀ ਜਾਓ ਡੀਪਲੀ ਜਿੰਨਾ ਕੁ ਤੁਸੀਂ ਦੇਖਿਆ। ਮੈਂ ਐਕਚੁਅਲੀ ਹੁਣ ਇਨਾ ਲਾਈਕ ਕਿੱਦਾਂ ਦੱਸਾਂ ਵੀ ਮੈਂ ਇਹਨੂੰ ਯਾਰ ਜਾਣਦੀ ਨਹੀਂ, ਟਾਈਮ ਨਹੀਂ ਸਪੈਂਡ ਕੀਤਾ ਇਹਨੇ, ਮੇਰਾ ਟਾਈਮ ਸਪੈਂਡ ਨਹੀਂ ਕਰਦੀ। ਇਦਾਂ ਇਹ ਵੀ ਬੈਡ ਗੱਲ ਨਹੀਂ, ਮਤਲਬ ਇੰਨਾ ਡੀਪ ਨਾ ਸੋਚ ਥਾਮਾ। I ਤੁਸੀਂ ਯਾਦ ਕਰੋ ਤਾਂ ਫਿਰ ਮੈਨੂੰ ਪਤਾ ਚੱਲ ਦੱਸ ਦੋ ਯਾਰ ਮੈਨੂੰ ਕਿਉਂ ਚਾਹੁੰਦੀ ਆ ਵੀ ਕਿੰਨਾ ਡੀਪ ਜਾਂਦੇ ਸਾਲਾ ਮੈਂ ਵੀ ਉਹਨਾਂ ਡੀਪ ਜਾਵਾਂ। ਏਦਾਂ ਨਾ ਕਰ ਨਹੀਂ ਮਤਲਬ ਨਾ ਇਹਦਾ ਦਿਲ ਦੀ ਗੱਲ ਦੱਸ ਨਾ। ਹਰ ਕੰਮ DMZ ਦਾ ਇੰਨਾ ਧੋਖਾ ਨਹੀਂ ਚੱਲੇਗਾ ਨਾ। ਆ ਜਾ ਕੁਛ ਵੀ ਕਹਿ ਕੇ ਗੱਲ ਮੁਕਾ। ਹਾਂ ਕੁਛ ਵੀ ਕਹਿ ਕੇ ਗੱਲ ਯਾਰ ਇਹ ਠੀਕ ਨਹੀਂ ਤੁਸੀਂ ਪਤਾ ਨਹੀਂ ਕਹਿ ਨਾ ਮੈਨੂੰ ਨਹੀਂ ਪਤਾ। ਚੱਲ ਮੇਰੇ ਬਾਰੇ ਕਹਿ ਪਤਾ ਤੇ ਇੰਨਾ ਮੇਰੀ bad quality ਪੁੱਛ ਲਿਆ ਨਾ ਮਜ਼ੇਦਾਰ। ਤੁਹਾਡੀ bad quality। ਹਾਂ ਆ ਦੇਖ ਮੇਰੇ ਬਾਰੇ ਦੱਸਣ ਤਿਆਰ ਹੋ ਗਏ ਕਹਿ ਕਿਉਂਕਿ ਤੁਹਾਡੇ ਨਾਲ ਐਟਲੀਸਟ ਸੁਣਨਾ ਟਾਈਮ ਮੈਂ ਬੋਲਦੀ ਹਾਂ। ਹਾਂ ਇਹਨਾਂ ਦੀ ਬੈਡ ਪੁਆਇੰਟ। ਜੋ ਸਾਲਾ ਬੇਤੀ ਲੱਗ ਗਿਆ। ਓਕੇ ਕਿੰਨਾ ਦੇ ਦਿਲਜੀਤ DMZ ਮਤਲਬ
ਜਿੰਨਾ ਕਿ ਮੈਂ ਇਹਨਾਂ ਨੂੰ ਪਹਿਲਾਂ ਸੋਚਿਆ ਸੀ ਨਾ, ਜਦੋਂ ਮੈਂ ਇੰਟਰਵਿਊ ਦੇ ਰਹੀ ਸੀ ਕਿ ਮਾਈ ਡ੍ਰੀਮ ਟੂ ਵਰਕ ਵਿਦ ਹਿਮ, ਇਹ ਉਹ ਹੁਣ ਬਿਲਕੁਲ ਮਨ ਨਹੀਂ ਕੀਤਾ ਦੁਬਾਰਾ। ਮੈਂ ਨਹੀਂ, ਮੈਨੂੰ ਲੱਗਾ ਬਹੁਤ ਕੂਲ ਪਰਸਨੈਲਿਟੀ ਆ, ਬਹੁਤ ਜ਼ਿਆਦਾ ਕੂਲ ਪਰਸਨੈਲਿਟੀ ਆ, ਮਤਲਬ ਬੰਦਾ ਗੱਲ ਕਰੋਗੇ ਬਟ ਹੀ ਇਜ਼ ਵੈਰੀ ਰਿਜ਼ਰਵ, ਜੋ ਮੈਨੂੰ ਵਧੀਆ ਵੀ ਲੱਗਦਾ। ਰਿਜ਼ਰਵ ਮੀਨਸ ਓਨਲੀ ਪ੍ਰੋਫੈਸ਼ਨਲ, ਕਿ ਮਤਲਬ ਇਹਨਾਂ ਨੂੰ ਲੱਗਦਾ ਸ਼ਾਇਦ ਮੈਂ ਇਹ ਗੱਲ ਕਰੂੰਗਾ ਤੇ ਸ਼ਾਇਦ ਇੰਨੀ ਕੁ ਕਰਨੀ ਚਾਹੀਦੀ ਹੈ, ਇੰਨੀ ਮਤਲਬ ਇਹਨਾਂ ਨੂੰ ਕੰਫਰਟ ਜ਼ੋਨ 'ਚ ਛੇਤੀ ਨਹੀਂ ਆਉਂਦੇ। I get what you're saying. ਕੰਫਰਟ ਜ਼ੋਨ 'ਚ ਜਲਦੀ ਨਹੀਂ ਆਉਂਦੇ, ਰਿਜ਼ਰਵ ਟਾਈਪ ਨੇ। ਮੈਂ ਇਹਨਾਂ ਨੂੰ ਸ਼ਾਇਦ ਆਪਾਂ ਐਂਡ ਵਾਲੇ ਦਿਨ ਵੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਜਦੋਂ ਆਪਾਂ ਕੰਮ ਕਰਦੇ ਆ ਨਾ ਤੇ ਪਲੀਜ਼ ਆਪਾਂ ਜੇ ਅੱਗੇ ਕਦੀ ਜ਼ਿੰਦਗੀ 'ਚ ਸ਼ਾਇਦ ਕੰਮ ਕਰੀਏ ਤੇ ਥੋੜਾ ਜਿਹਾ ਨਾ ਜਿਵੇਂ ਮਤਲਬ ਮੇਰੇ ਨਾਲ ਥੋੜਾ ਜਿਹਾ ਮਤਲਬ ਬਣਾ ਕੇ ਚੱਲਿਓ ਕਿ ਜਿਵੇਂ ਮਤਲਬ ਗੱਲ ਵੀ ਕਰਿਓ। ਜਦੋਂ ਆਪਾਂ ਗੱਲ ਨਹੀਂ ਨਾ ਕਰਦੇ, ਸਿੱਧਾ ਆਪਾਂ ਕੈਮਰਾ ਤੇ ਹੁੰਦੇ ਆ, ਫਿਰ ਬਹੁਤ ਅਨਕੰਫਰਟੇਬਲ ਫੀਲ ਹੁੰਦਾ। ਵੈਸੇ ਤਾਂ ਇਹ ਕੰਫਰਟ ਜ਼ੋਨ 'ਚ ਲੈ ਆਉਂਦੇ ਆ ਬਟ ਥੋੜਾ ਜਿਹਾ ਬੰਦਾ ਪਹਿਲਾਂ ਵੀ ਗੱਲ ਕੀਤੀ ਹੋਵੇ ਨਾ, ਉਹ ਜ਼ਿਆਦਾ ਵਧੀਆ ਰਹਿੰਦਾ। ਮੈਨੂੰ ਲੱਗਦਾ ਕਿ ਉਹ ਕੁਆਲਿਟੀ ਹੋਣੀ ਜ਼ਰੂਰੀ ਆ। ਤੁਸੀਂ ਰਿਜ਼ਰਵ ਇਹ ਹੈਗੀ ਮੇਰੇ 'ਚ ਨੈਗੇਟਿਵ ਬਹੁਤ ਨਹੀਂ, ਇਹ ਆ ਇਹ ਨੈਗੇਟਿਵ ਵੀ ਨਹੀਂ ਆ, ਇਹ ਪੋਜ਼ਿਟਿਵ ਵੀ ਨਹੀਂ। ਮੈਨੂੰ ਪਹਿਲਾਂ ਲੱਗਦਾ ਸੀ ਇਹ ਨੈਗੇਟਿਵ ਆ, ਪਰ ਹੁਣ ਮੈਨੂੰ ਲੱਗਦਾ ਹੈ ਥੈਂਕ ਗॉड। I know I'm very lucky. Yeah. ਆਉਣ ਦੇ ਮੇਤੇ ਸੈਟ ਕਰੋ। ਇਹ ਹੁਣ ਤੂੰ ਤੇ ਸੈਟ ਸ਼ੁਰੂ ਤੂੰ ਹੋਈ ਹੈ ਨਾ। ਹਾਂ ਯਾਰ ਮੈਂ ਤੁਹਾਡੀ ਫੜ ਲਈ ਇੱਕ, ਕਿਉਂਕਿ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ। ਲਿਸਨ ਟੂ ਮੀ, ਇੱਕ ਬੰਦੇ ਨੇ ਦੋਨਾਂ ਬਾਰੇ ਦੱਸਣਾ। ਹੁਣ ਤੂੰ ਸ਼ੁਰੂ ਹੋ ਗਈ, ਹੁਣ ਸੋਨਮ ਬਾਰੇ ਦੱਸ। ਠੀਕ ਆ। ਸੋਨਮ ਅਸੀਂ ਇੱਕ ਦੂਜੇ ਨੂੰ ਵੈਸੇ ਕਦੀ ਮਿਲੇ ਹੀ ਨਹੀਂ, ਕਦੀ ਗੱਲ ਵੀ ਨਹੀਂ ਇੰਨੀ, ਆਪਣੀ ਉੱਥੇ ਸ਼ੂਟ ਤੇ ਵੀ ਨਹੀਂ ਗੱਲ ਹੋਈ, ਬਟ ਮੈਨੂੰ ਇਹ ਲੱਗਦਾ ਨਾ ਕਿ ਸੋਨਮ ਥੋੜਾ ਹੈਗਾ ਫਿਲਟਰ ਅੱਗੇ, ਕਿ ਗੱਲ ਕਰਨ 'ਚ ਵੀ ਇੰਨੇ ਉਹ ਨਹੀਂ ਹੈਗੇ ਹੈ ਨਾ, ਇੰਟਰੈਕਟ ਨਹੀਂ ਕਰਦੇ ਜ਼ਿਆਦਾ। ਇਹ ਵੀ ਥੋੜਾ ਤੁਸੀਂ ਬਹੁਤ ਜ਼ਿਆਦਾ ਕਰਦੇ ਹੋ, ਰਿਜ਼ਰਵ ਟਾਈਪ ਜਿਹਾ ਹੈਗਾ ਤੁਹਾਡਾ ਸਿਸਟਮ, ਤੇ ਥੋੜਾ ਉਹ ਚੀਜ਼ 'ਚ ਫਿਲਟਰ ਲੱਗਦਾ। ਬਾਕੀ ਬਸ ਬਿਗ ਬੋਟ ਹੈ ਫੀਲਿੰਗ ਕਾਤੇ ਆ ਰਹੀ ਹੈ ਇਦਾਂ ਉੱਥੇ ਤਾਂ ਬਹੁਤ ਕਰਦੇ ਆ ਜੀ ਐਡਵਾਂਸ ਇਹੀ ਤਾਂ ਟੈਸਟ ਲਾਈਫ ਦਾ ਟੈਸਟ। ਬਟ ਇਹ ਵੀ ਪਤਾ ਇਹ ਕੁਆਲਿਟੀ ਬਹੁਤ ਐਕਚੁਅਲੀ ਬਹੁਤ ਘੱਟ ਲੋਕਾਂ 'ਚ ਹੈ। I agree, I am reserved, I take time to open up. ਤਾਂ ਹੀ ਮੈਂ ਬਿਗ ਬੌਸ ਦੀ ਕੁਈਨ ਆ, ਠੀਕ ਨਾ, ਹੀਰੋਇਨ ਆ ਮੈਂ ਬਿਗ ਬੌਸ 13 ਦੀ। ਓਏ ਹੋਏ ਹੋਏ ਤੇਰਾ ਹੀਰੋਇਨ, ਹੀਰੋ ਕੋਈ ਹੋਰ ਸੀ। ਤੇ ਹੁਣ ਏਦਾਂ ਹੀ ਤੁਸੀਂ ਦੱਸੋ, ਇਹ ਅਸਲ 'ਚ ਨਾ ਲਾਈਫ 'ਚ ਜੇ ਆਪਾਂ ਕਿਸੇ ਨੂੰ ਸੱਚੀ ਟੈਸਟ ਕਰਨਾ ਵਾ ਤੇ ਬਿਗ ਬੌਸ 'ਚ ਜਾਣਾ ਚਾਹੀਦਾ, ਕਿਉਂਕਿ ਤੁਸੀਂ ਦਮ ਰੱਖਦੇ ਹੋ ਸਿਰਫ ਪੋਜ਼ਿਟਿਵ ਬੋਲਣ ਦਾ। ਤੁਹਾਨੂੰ ਨੈਗੇਟਿਵ ਬੋਲ ਕੇ ਦਿਖਾਓ ਕਿਸੇ ਬਾਰੇ, ਉਹ ਜ਼ਿਆਦਾ ਬੈਟਰ ਆ, ਉਹ ਬੰਦਾ ਰੀਅਲ ਲੱਗਦਾ। ਚਲੋ ਬਹੁਤ ਅੱਛਾ ਬੋਲੋ ਮੇਰੇ ਬਾਰੇ। ਬਹੁਤ ਅੱਛਾ ਮਿਲਿਆ ਜਵਾਬ ਡੀਐਮਸੀ ਬੋਲੋ ਬੋਲੋ। ਦਿਲਜੀਤ ਤੇ ਅੱਛਾ ਸਾਲਾ ਮੈਨੂੰ ਫੜ ਲੈ ਬਿਕਾਜ਼ ਤੁਸੀਂ ਕੰਮ ਕੀਤਾ ਹੋਇਆ। ਕੰਮ ਕੀਤਾ ਹੋਇਆ ਨਾ। I think ਕਿ okay there are 2-3 things I'm oh my god ਦੋ ਤਿੰਨ ਚੀਜ਼ਾਂ ਨੇ। which one I ਦੋ ਤਿੰਨ ਨੇ ਕਹਿ ਦੇ। ਨਹੀਂ ਕਿਆ ਥੋੜਾ ਨੈਗੇਟਿਵ ਮੇਰੀਆਂ ਦੋ ਨਹੀਂ, ਚਲੋ ਇੱਕ ਹੀ ਦੱਸਦੀ ਆ। ਪਹਿਲਾਂ ਤਿੰਨ ਸੀ, ਦੋ ਤਾਂ ਦੱਸ। ਅੱਛਾ ਪਹਿਲਾਂ ਇਹ ਦੱਸਦੀ ਆ ਕਿ ਜਦੋਂ ਮੈਂ ਦਿਲਜੀਤ ਦੇ ਨਾਲ ਇੰਨਾ ਕੰਮ ਕੀਤਾ ਆ, ਇੰਨੀਆਂ ਫਿਲਮਸ ਕੀਤੀਆਂ, ਬਟ ਮੈਨੂੰ ਕਦੇ ਕਦੇ ਇਦਾਂ ਲੱਗਦਾ ਕਿ ਬਿਕਾਜ਼ ਆਫ ਹਿਸ ਨੇਚਰ, ਜਿੱਦਾਂ ਦਿਲਜੀਤ ਹੈਗਾ, ਮਤਲਬ ਜੇ ਦਿਲਜੀਤ ਨੂੰ ਮੈਂ ਕਿਸੇ ਕੰਮ ਲਈ ਮੈਸੇਜ ਕਰਨਾ ਆ ਜਾਂ ਫਿਰ ਉਹਨਾਂ ਨੂੰ ਯੂ نو ਕਿਸੇ ਚੀਜ਼ ਲਈ ਫੋਨ ਕਰਨਾ ਹੈ ਮੈਸੇਜ, I will think 100 times before doing that because ਤਾਂ ਤੇਰੀ ਨੈਗੇਟਿਵਿਟੀ ਹੋ ਨਹੀਂ ਨਹੀਂ ਹੈਗੀ ਆ। ਕਿਉਂ? ਬਿਕਾਜ਼ ਆਫ ਉਹ ਵਾਰਮਥ ਕਦੇ ਕਦੇ ਮਹਿਸੂਸ ਨਹੀਂ ਹੁੰਦੀ। ਪ੍ਰੋਫੈਸ਼ਨਲਿਜ਼ਮ ਇਜ਼ ਐਟ ਪੀਕ ਇਹਨਾਂ ਦੇ ਅੰਦਰ ਬਹੁਤ ਜ਼ਿਆਦਾ ਆ, ਬਟ ਸਮਟਾਈਮਸ ਉਹ ਵਾਰਮਥ ਜਿਹੜੀ ਆ ਨਾ ਉਹ ਮਿਸਿੰਗ ਲੱਗਦੀ ਹੈ। ਵਾਰਮਥ ਆਈ ਡੋਨਟ ਨੋ ਵਾਰਮਥ ਟੂ ਕਿੱਦਾਂ ਪੰਜਾਬੀ 'ਚ ਉਹ ਲਫ਼ਜ਼ ਕਿੱਦਾਂ ਕਹਾਂ, ਤੇ ਉਹ ਜਿੱਦਾਂ ਪ੍ਰੋਫੈਸ਼ਨਲਿਜ਼ਮ ਦਾ ਤਾਂ ਕੋਈ ਕੰਪੀਟੀਸ਼ਨ ਹੀ ਨਹੀਂ ਆ ਤੁਹਾਡੇ ਨੇੜੇ ਤੇੜੇ ਹੀ ਕਿਸੇ ਦਾ, ਪਰ ਜਿੱਦਾਂ ਇੱਕ ਵਾਰਮਥ ਹੁੰਦੀ ਆ ਉਹ ਨਹੀਂ ਕਦੇ ਹਾਂ ਉਹ ਨਹੀਂ ਮੈਨੂੰ ਲੱਗਦਾ ਆ। ਬਟ ਜਿਹੜਾ ਕਿ ਸ਼ਾਇਦ ਤੁਹਾਡੇ ਲਈ ਇਟਸ ਲਾਈਕ ਇਟ ਡਸਨਟ ਮੈਟਰ ਫॉर ਯੂ, ਬਟ ਐਜ਼ ਅ ਹਿਊਮਨ ਬੀਇੰਗ ਨਹੀਂ ਮੈਨੂੰ ਉਹ ਮੈਨੂੰ ਥੋੜਾ ਜਿਹਾ ਨਹੀਂ ਹਾਂ ਤੁਹਾਡੀ ਗੱਲ ਲਾਈਕ ਵੈਨ ਯੂ ਗੈਟ ਦੈਟ ਵਾਰਮਥ ਫਰਮ ਸਮਵਨ ਇਟ ਆਲਵੇਜ਼ ਫੀਲਸ ਗੁੱਡ। ਔਰ ਦੂਜੀ ਇੱਕ ਚੀਜ਼ ਮੈਨੂੰ ਐਜ਼ ਐਨ ਆਰਟਿਸਟ ਪਰਸਨਲੀ ਫੀਲ ਹੁੰਦੀ ਆ ਕਿ ਜਿਸ ਤਰ੍ਹਾਂ ਦਾ ਦਿਲਜੀਤ ਦੇ ਵਿੱਚ ਪੋਟੈਂਸ਼ੀਅਲ ਆ, ਵਰਸਟੈਲਿਟੀ ਆ,
ਮੈਨੂੰ ਇਹ ਲੱਗਦਾ ਕਿ ਐਜ਼ ਐਨ ਆਡੀਅנס ਮੈਂ ਥੋੜੀ ਜੀ ਇਹ ਆ ਕਿ ਹਾਲੇ ਤੱਕ ਮੈਂ ਤੁਹਾਨੂੰ ਜਿੱਦਾਂ ਰੋਮਾਂਟਿਕ ਫਿਲਮ ਚ ਲਾਈਕ ਹਾਰਡਕੋਰ ਇੰਟੈਂਸ ਰੋਮਾਂਟਿਕ ਫਿਲਮ ਹਾਲੇ ਦੇਖੀ ਤੂੰ ਨਹੀਂ, ਡਾਇਰੈਕਟ ਕਰ, ਪਰ ਮੈਂ ਉਹਦੇ ਚ ਐਕਟ ਕਰਨਾ ਆ। ਫਿਰ ਆਪਾਂ ਕਹਿੰਦੇ ਚਲੋ ਮੈਂ ਡਾਇਰੈਕਟ ਕਰ ਮੈਨੂੰ ਲੱਗਦਾ ਪਰ ਕੋਈ ਕੁੜੀ ਰੋਮਾਂਟਿਕ ਫਿਲਮ ਡਾਇਰੈਕਟ ਕਰੂਗੀ ਨਾ ਹਾਂ ਉਹ ਬੰਦੇ ਨਾਲੋਂ ਜ਼ਿਆਦਾ ਵਧੀਆ ਡਾਇਰੈਕਟ ਕਰ। ਚਲੋ ਮੈਂ ਕਹਾਣੀ ਲੈ ਕੇ ਡਾਇਰੈਕਟ ਕਰ। ਮੈਨੂੰ ਇਦਾਂ ਲੱਗਦਾ ਕਿ ਜੇ ਕੋਈ ਕੁੜੀ ਰੋਮਾਂਟਿਕ ਗਾਣਾ ਸ਼ੂਟ ਕਰੇ ਜਾਂ ਰੋਮਾਂਟਿਕ ਫਿਲਮ ਸ਼ੂਟ ਕਰੇ ਉਹ ਬੰਦੇ ਨਾਲੋਂ ਜ਼ਿਆਦਾ ਵਧੀਆ ਸ਼ੂਟ ਕਰ ਸਕਦੀ। ਹਾਂ ਮਤਲਬ ਉਹ ਕੁੜੀਆਂ ਨੂੰ ਜ਼ਿਆਦਾ ਪਤਾ ਹੁੰਦਾ। ਨਹੀਂ ਤੁਸੀਂ ਦੋਨੋਂ ਹੋਣਗੇ ਐਕਟਰ ਐਕਟ੍ਰੈਸ, ਮੈਂ ਫਿਲਮ ਟਿਪਸ ਦਊਂਗੀ, ਟਿਪਸ ਰੋਮਾਂਟਿਕ। ਸੋ ਮੈਨੂੰ ਲੱਗਦਾ ਕਿ ਜੋ ਰੇਂਜ ਆ ਬਾਲੀਵੁੱਡ ਚ ਤਾਂ ਅਸੀਂ ਦੇਖੀ ਆ, ਬਟ ਆਪਣੀ ਲੈਂਗੁਏਜ ਚ ਮੈਨੂੰ ਇਦਾਂ ਲੱਗਦਾ ਕਿ ਹੱਲੇ ਵੀ ਬਹੁਤ ਸਾਰੇ ਜਿੰਨਾ ਜਿਸ ਲੈਵਲ ਦਾ ਪੋਟੈਂਸ਼ੀਅਲ ਆ ਔਰ ਤੁਹਾਡੇ ਲਈ ਤੁਸੀਂ ਆਪ ਵੀ ਪ੍ਰੋਡਿਊਸ ਕਰ ਸਕਦੇ ਹੋ। ਕੋਈ ਵੀ ਆ ਕੇ ਤੁਹਾਨੂੰ ਸਕ੍ਰਿਪਟ ਵੀ ਦੱਸਣ ਦੀ ਲੋੜ ਨਹੀਂ ਹੈ ਕਿ ਦਿਸ ਇਜ਼ ਵਾਟ ਆਈ ਵਾਂਟ ਟੂ ਡੂ, ਯੂ ਜਸਟ ਸੇ ਆਈ ਵਾਂਟ ਟੂ ਡੂ ਦਿਸ, ਪੀਪਲ ਵਿਲ ਡੂ ਦੈਟ ਫॉर ਯੂ। ਤੇ ਮੈਨੂੰ ਲੱਗਦਾ ਕਿ ਹੱਲੇ ਵੀ ਉਹ ਜੋ ਪੋਟੈਂਸ਼ੀਅਲ ਆ ਨਾ ਉਹ ਹੱਲੇ ਇਨ ਟਰਮਸ ਆਫ ਟਾਈਪਸ ਆਫ ਜਨਰਸ ਉਹ ਤੁਸੀਂ ਐਕਸਪਲੋਰ ਨਹੀਂ ਕੀਤਾ। ਰੋਮਾਂਟਿਕ ਤਾਂ ਬਿਲਕੁਲ ਵੀ ਨਹੀਂ ਕੀਤਾ। ਲਾਈਕ ਜੋ ਮੈਨੂੰ ਲੱਗਦਾ ਕਿ ਕਿੰਨਾ ਇੱਕ people are deprived of seeing you as a lover boy, you know, और प्यार लोग like इतनी तो massive दुनिया च भी fan following आ। Oh my God. Like it's sad that we haven't seen you romance ever on screen. Oh my goodness. So yeah, I feel like I know Chita. In that direction. Okay, Shahnaz. शहनाज दी नहीं भी पार्टी शहनाज दी ਨੈਗੇਟਿਵ ਮੈਂ ਜਦੋਂ ਉਹਨਾਂ ਦੇ ਨਾਲ ਇੰਨਾ ਟਾਈਮ ਸਪੈਂਡ ਨਹੀਂ ਕੀਤਾ, ਬਟ ਮੈਨੂੰ ਇਹ ਲੱਗਦਾ ਹੈ ਕਿ ਜਿੱਦਾਂ ਇੱਕਾ ਕੁਆਲਿਟੀ ਵੀ ਆ ਕਿ ਕੋਈ ਫਿਲਟਰ ਨਹੀਂ ਆ, ਲੇਕਿਨ ਇਨ ਅ ਵੇ ਇਟਸ ਅ ਡਿਸਐਡਵਾਂਟੇਜ ਆਲਸੋ। ਇੱਕ ਬੈਲੈਂਸ ਹੋਣਾ ਜ਼ਰੂਰੀ ਆ। ਸੋ ਉਹ ਜੇ ਮਾੜੀ ਜੀ ਦੂਰੋਂ ਮੈਂ ਉਹ ਚੀਜ਼ ਆਬਜ਼ਰਵ ਕੀਤੀ ਆ ਤਾਂ ਉਹ ਇਹ ਹੈਗੀ ਆ ਕਿ ਜਿੰਨਾ ਇੱਕ ਬੈਲੈਂਸ ਹੋਣਾ ਬਹੁਤ ਜ਼ਰੂਰੀ। ਬਹੁਤ ਖੂਬਸੂਰਤ ਕੁਆਲਿਟੀ ਵੀ ਹੈ ਬਟ ਐਟ ਟਾਈਮਸ ਇੱਕ ਠੱਗੀ ਵੀ ਪੈ ਜਾਂਦੀ ਹੈ। ਸੋ ਆਈ ਫੀਲ ਲਾਈਕ ਦੈਟ ਹੈਸ ਟੂ ਬੀ ਸਹੀ ਬੋਲ, ਬਟ ਇਹੀ ਨਾ ਉਹਦੀ ਪ੍ਰੋਬਲਮ ਆ। ਕੋਈ ਗੱਲ ਨਹੀਂ, ਪਹਿਲੇ ਗੱਲ ਆਪਾਂ ਇਗਨੋਰ ਨਹੀਂ ਕਰ ਸਕਦੇ। ਮੇਰੀ ਪ੍ਰੋਬਲਮ ਮੈਂ ਕਿਸੇ ਨੂੰ ਇਗਨੋਰ ਕਰ ਹੀ ਨਹੀਂ ਸਕਦੀ। ਵਾਓ, ਮੇਰੀ ਪ੍ਰੋਬਲਮ ਹੈ। ਹਾਂ ਬਟ ਤੁਸੀਂ ਸਹੀ ਕਿਹਾ, ਇਹੀ ਮੇਰੀ ਕੁਆਲਿਟੀ ਆ, ਇਹੀ ਮੇਰੀ ਡਿਸਕੁਆਲਿਟੀ। ਹੁਣ ਦੱਸੋ, ਹੁਣ ਇੱਧਰ ਦੱਸੋ। ਮੈਂ ਦੱਸ ਨਹੀਂ ਦਿੱਤਾ। ਦੱਸ ਨਹੀਂ ਨੈਗੇਟਿਵ ਕੀ ਦੱਸਿਆ? ਉਹਨਾਂ ਦਾ ਨੈਗੇਟਿਵ ਕੀ ਦੱਸਿਆ? ਦੋਨਾਂ ਦਾ ਨਹੀਂ ਦੱਸਿਆ। ਮੇਰਾ ਚੈਨਲ ਮੈਂ ਦੱਸਾਂ। ਲੈ ਇਹ ਤਾਂ ਕਿੰਨੀ ਅਨਫੇਅਰ ਗੱਲ ਹੋ ਗਈ ਹੈ। ਨਾ ਫਟਾਫਟ ਦੱਸੋ, ਇੰਨਾ ਟਾਈਮ ਨਹੀਂ ਲੈਣਾ। ਨੈਗੇਟਿਵ ਮੈਂ ਸੋਚੀ ਇਸ ਨੈਗੇਟਿਵ ਹਾਂ ਬਹੁਤ ਜਮਲ ਹੁੰਦੀ ਹੈ। ਨਹੀਂ ਯਾਰ ਇਹ ਕੋਈ ਸੀ ਨਹੀਂ। वन थिंग which you चलो नेगेटिव छोड़ बहुत दो जमल होती नेचर और या फिर आप उसको वन थिंग आई 200 किलो के डबल तक है। ये नहीं, दिस इज नॉट ना ठीक जल्दी प्रेडेटर तो ना ठीक है। वन थिंग मे बी आई कैन इंप्रूव ऑन। चलो आधा इट्स नॉट नेगेटिव, वन थिंग आई कैन वर्क ऑन और इंप्रूव ऑन। यार तू देखती बढ़िया, खाती बढ़िया, एक्टिंग बढ़िया, सोचती बढ़िया। इतनी सोहनी कुड़ी दे विच कोई बैड क्वालिटी हो सकती? ओए ये देख लो कितना डिप्लोमेट। बट केमिस्ट्री कर रहे हैं बट केमिस्ट्री नहीं तू सोच तेरा बड़ा सॉरी केमिस्ट्री आई हैव टू थिंक। नहीं यार आ सच्ची केमिस्ट्री आ। हां एक केमिस्ट्री कहते हैं। नहीं पर वो तो सोच रहे हैं, मैं लिटरली सोच रहा है मेरे की कमी है। जिम फॉलो होती है वो नहीं ये तो जिम लाना, जिम वाले ਨੂੰ ਮੈਂ ਬੁਰਾ नहीं यही बुरा नहीं कह रहा, तू और ना बढ़ा दे ਯਾਰ ਐਕਸੈਸਿਵ ਜਿਮ ਉਹ ਕਰਨ ਦੋ ਉਹਨੂੰ, ਉਹਦਾ मैं ਕੰਮ नहीं कर रही मैं पता शहनाज को प्रेशर ਤੁਸੀਂ ਪਲੀਜ਼ ਜੋ ਪੁੱਛਿਆ ਉਹਦਾ ਜਵਾਬ ਦਿਓ। ਤੁਸੀਂ ਦੇਖ ਲਓ ਫਿਲਟਰ ਲਾਈ ਜਾਂਦੇ ਮੂੰਹ मेरे लिए कितना कह रहे थे ना 14 10 ਮਾਸੀ ਦਾ ਦੇਖ ਲਓ ਉੱਥੇ ਹੀ ਅਟਕ ਗਿਆ। ਉਹਨਾਂ ਨੇ ਨੰਬਰ ਨਹੀਂ ਆਉਣਾ ਉਹਨਾਂ ਨੇ ਕਿਸੇ ਹੋਰ ਨੂੰ ਮੈਂ ਫੁਟੇਜ ਲੈਣ ਦਿੱਤੀ ਮਾਸੀ। पर मैं सच्ची सोच रहा तेरे से ਮੈਨੂੰ ਵੀ ਬਹੁਤ ਟਾਈਮ ਲੱਗਿਆ ਤਾਂ ਸੋਚਣ ਚ। बात कर ठीक लग रहा है ਫਿਰ ਠੀਕ ਹੈ। पर्सनल माइनस सोचा ਚਲੋ ਛੱਡੋ ਇੱਧਰ ਆ ਜਾਓ। ਮੇਰੇ ਬਾਰੇ ਦੱਸੋ ਸੋ ਸੋਨਮ ਦੇ ਵਿੱਚ ਮੈਨੂੰ ਕੋਈ ਬੈਡ ਕੁਆਲਿਟੀ ਨਹੀਂ ਲੱਗੀ। ਮਾਈ ਬੈਡ। ਸ਼ਨਾਜ਼ ਵਿੱਚ ਬੈਡ ਕੁਆਲਿਟੀ ਹੈ, ਖਾਂਦੀ ਨਹੀਂ, ਖਾਣਾ ਚਾਹੀਦਾ। ਸੋ ਇਹ ਬੈਡ ਕੁਆਲਿਟੀ ਨਹੀਂ ਆ। ਇਹ ਤੁਸੀਂ ਹੈਲਥ ਦੀ ਗੱਲ ਕਰਦੇ ਹੋ, ਤੁਸੀਂ ਡਾਕਟਰ ਨਹੀਂ ਹੋ।
गल नहीं है सिर्फ टॉप करना ਤੁਹਾਡਾ profession है। आज तो मैं कितना के आ जाओ खा लो कभी अगे भी नो खाते ही नहीं। इज अ बैड क्वालिटी ऑब्वियसली बैड क्वालिटी तो खाते नहीं। ਪਰ ਇਹ ਤਾਂ ਤੁਹਾਡੇ ਚ ਵੀ ਬਹੁਤ ਬੈਡ ਕੁਆਲਿਟੀ ਤੁਹਾਨੂੰ ਜਦੋਂ ਕੋਈ ਚੀਜ਼ ਕਹਿੰਦਾ ਆਫਰ ਕਰਦਾ मैं तो कह दे अगे तू मेरे बारे दो दस चुकी है बस कर इतना भी बैड मैं थैंक यू कि जिस तरह इंडिया जाने हैं ना कि यूके और किसी भी बाहर जिदा इंडिया जाने से आम लाइफ जीने जिदा जाके रेडियो ते खा लिया जिदा बाजारां च घूम लिया तुसी तो नहीं इतना कर सकते कि दुनिया पागल है तो एक फोटो खिचानी हुई पर जे तुसी करना चाहो तो तुसी की करोगे मैं तो सारा कुछ करना चाहता नहीं की करना चाहोगे जे तुसी जाओ जे तुहानू मौका मिले कि हाँ भी इतना का लगता सारा मैं रेडी ते खा लिया मैं लग्जरी इतना का सारे फील कर मेरा भी कितना चीज़ करना खा पी कोई तो दिमाग जो करना ना ਉਹਦੇ ਲਈ ਮੈਂ ਤਾਂ ਕਦੇ ਨਹੀਂ ਸੋਚਿਆ ਵੀ ਯਾਰ ਇਹਦੇ ਬਾਰੇ ਇਮੇਜ ਕੀ ਕਹੂੰਗੀ ਜਾਂ ਕੀ ਹੋਊਗਾ ਜਾਂ ਕਿੱਦਾਂ ਮੈਂ ਕਦੇ ਨਹੀਂ ਸੋਚਿਆ ਜੋ ਕਰਨਾ ਜਦੋਂ ਮਨ ਕੀਤਾ ਉਹ ਕਰੇ ਕੋਈ ਜਿਹੜਾ ਮਰਜ਼ੀ ਉੱਚ ਚੱਲੇ ਜੋ ਮਰਜ਼ੀ ਕਹੀ ਜਾਵੇ ਕਿਸੇ ਦੀ ਪ੍ਰੋਬਲਮ ਮੈਂ ਤੇ ਹਲੇ ਵੀ ਖਾ ਲੈਂਦੀ ਹਾਂ ਰੇੜੀਆਂ ਤੇ ਖਾ ਲੈਂਦੀ ਹਾਂ ਜਿੱਤ ਮॉल ਵੀ ਚਲ ਜਾਂਦੀ ਹਾਂ ਰਿਕਸ਼ਾ ਤੇ ਵੀ ਜਾਂਦੀ ਹਾਂ ਬੰਬੇ ਮੈਂ ਰਿਕਸ਼ਾ ਤੇ ਵੀ ਚਲ ਜਾਂਦੀ ਹਾਂ ਆਹ ਅੰਦਰ ਬਾਲ ਉੱਡਦੇ ਦੇਖੀ ਮੇਰੇ ਸਿੰਬਾ ਨੂੰ ਰਿਕਸ਼ਾ ਰਾਈਡ ਬਹੁਤ ਪਸੰਦ ਆ I know it. ਉਹਨੂੰ ਗੱਡੀ 'ਚ ਜਾਣਾ ਪਸੰਦ ਨਹੀਂ ਆ ਸੋ ਮੈਂ ਉਹਨੂੰ ਲੈ ਕੇ ਜਾਂਦੀ ਹਾਂ ਕੋਈ ਪ੍ਰੋਬਲਮ ਨਹੀਂ ਸੋ ਐਜ਼ ਅਫ ਨੋ ਹਲੇ ਤੱਕ ਮੈਂ ਉਹ ਸਭ ਕੁਝ ਕਰਦੀ ਹਾਂ ਜੋ ਬਾਕੀ ਸਾਰੇ ਜਾਣੇ ਕਰਦੇ ਆ ਕਦੇ ਕਦੇ ਉਹ ਕਰਨਾ ਮੁਸ਼ਕਿਲ ਹੁੰਦਾ ਆ ਲੇਕਿਨ ਮੋਸਟਲੀ ਮੋਰ ਔਰ ਲੈਸ ਮੈਂ ਉਹ ਕਰ ਪਾਉਂਦੀ ਹਾਂ ਔਰ ਇੰਜੋਏ ਕਰਦੀ ਹਾਂ ਮੈਂ ਲੱਗੀ ਆ ਕਿ ਜਿਹੜੀ ਮੀਡੀਆ ਵਾ ਕਿ ਅੱਗੇ ਪਿੱਛੇ ਘੁੰਮਦੀ ਹੈ ਮੁੰਬਈ 'ਚ ਤੁਹਾਨੂੰ ਪਤਾ ਉਹ ਮਤਲਬ ਲੱਭਦੇ ਆ ਤੁਹਾਨੂੰ ਮੈਂ ਲੱਗੀ ਆ ਬਟ ਮੈਂ ਅਨਲੱਗੀ ਵੀ ਆ ਕਿਉਂਕਿ ਉਹ ਇੱਕ ਉਹ ਵੀ ਹੁੰਦਾ ਠੀਕ ਆ ਹਾਂ ਕਿਉਂਕਿ ਤੁਸੀਂ ਮੈਂ ਜਾ ਨਹੀਂ ਸਕਦੀ ਬਾਹਰ ਮੈਨੂੰ ਇੰਝ ਲੱਗਦਾ ਕਿਉਂਕਿ ਮੈਂ ਜਦੋਂ ਜਾਂਦੀ ਆ ਕਿਉਂਕਿ ਫਿਰ ਨਾ ਲਾਈਕ ਹਰ ਵਾਰ ਮੀਡੀਆ ਸੈਸ਼ਨ ਵੀ ਮੈਨੂੰ ਲੱਗਦਾ ਚੰਗਾ ਨਹੀਂ ਹੁੰਦਾ ਤੇ ਆਪਾਂ ਨੂੰ ਕਈ ਲੋਕ ਸੋਚਦੇ ਨਹੀਂ ਇਹ ਜਾਣਬੁੱਝ ਕੇ ਮੀਡੀਆ ਸੈਸ਼ਨ ਕਰਦੇ ਬਟ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਸੱਚੀ ਆ ਜਾਂਦੇ ਆ ਸਾਡੇ ਪਿੱਛੇ ਕਿ ਲਾਈਕ ਆਪਾਂ ਕੋਈ ਪਰਸਨਲ ਲਾਈਫ ਨਹੀਂ ਰਹਿ ਗਈ ਥੋੜੀ ਜਿਹੀ ਹੁਣ ਹੋਊਗੀ ਤੇ ਮਤਲਬ ਲੋਕ ਕੇ ਰਹਿਣਾ ਪੈ ਰਿਹਾ ਥੋੜਾ ਈਜ਼ੀਲੀ ਅਵੇਲੇਬਲ ਨਹੀਂ ਹੁੰਦਾ ਜਾਂਦਾ ਹੋਇਆ ਹੀ ਨਹੀਂ ਜਾਂਦਾ ਥੋੜਾ ਟਫ ਹੋ ਗਿਆ ਬਟ ਯੈਸ ਇਹ ਚੀਜ਼ ਵਧੀਆ ਵੀ ਆ ਇਹ ਚੀਜ਼ ਨੈਗੇਟਿਵ ਬਟ ਮੈਨੂੰ ਰੇੜੀਆਂ ਤੇ ਜਾਂ ਕਿੱਦਾਂ ਇਹ ਮੈਂ ਮੰਗਾ ਲੈਂਦੀ ਆ ਘਰੇ ਮੰਗਾ ਲੈਂਦੀ ਹਾਂ ਘਰੇ ਰੇੜੀ ਮੰਗਾ ਲੈਂਦੀ ਆ ਮੈਂ ਬਟ ਮੈਂ ਬਾਹਰ ਘੱਟ ਨਿਕਲਣਾ ਪਸੰਦ ਕਰਦੀ ਵੈਸੇ ਪਰਸਨਲ ਲਾਈਫ 'ਚ ਮੈਂ ਘਰੇ ਸਾਡੀ ਡਿਕਸ਼ਨਰੀ ਦਾ ਕਾਮਨ ਵਰਡ ਆ ਪੇਸ਼ੈਂਸ ਰੱਖੋ ਜਸਟ ਕੋਈ ਗੁੱਸਾ ਆਵੇ ਤੇ ਕਿਆ ਚੱਲਦਾ ਵਾ ਜਸਟ ਕਲੋਜ਼ ਕਰ ਦੇ ਬਟ ਤੁਹਾਡੀ ਮੂਵੀ ਦਾ ਟਾਈਟਲ ਵੀ ਆਪ ਹੌਸਲਾ ਬਟ ਇਨ ਰੀਅਲ ਲਾਈਫ ਦੇ ਵਿੱਚ ਵਰਸਟ ਟੂ ਵਰਸਟ ਕੋਈ ਸਿਚੁਏਸ਼ਨ ਆ ਜਾਂਦੀ ਆ ਕੋਈ ਅਨਪਲੇਜ਼ੈਂਟ ਆ ਜਾਂਦੀ ਆ ਉਹਦੇ ਵਿੱਚ ਤੁਸੀਂ ਸਾਰੇ ਐਟਲੀਸਟ ਟੂਲ ਜਾਂ ਦੱਸੋ ਆਪਣੀਆਂ ਟੈਕਨੀਕ ਅਸੀਂ ਕਿੱਦਾਂ ਹੌਸਲਾ ਰੱਖ ਸਕਦੇ ਆ ਵਰਸਟ ਟੂ ਵਰਸਟ ਕੰਡੀਸ਼ਨਸ ਦੇ ਵਿੱਚ ਓਕੇ ਮੈਂ ਸਟਾਰਟ ਮੈਨੂੰ ਲੱਗਦਾ ਕਿ ਆਪਾਂ ਜਿੱਦਾਂ ਆਪਣਾ ਜਿਹੜਾ ਪ੍ਰੋਫੈਸ਼ਨ ਆ ਨਾ ਉਹਨੂੰ ਪ੍ਰਾਇੋਰਿਟੀ ਦੇਣੀ ਚਾਹੀਦੀ ਹੈ ਟੌਪ ਪ੍ਰਾਇੋਰਿਟੀ ਕਿਉਂਕਿ ਇਹੀ ਚੀਜ਼ ਆ ਜਿਹੜੀ ਆਪਾਂ ਨਾਲ ਲੈ ਕੇ ਤੁਰ ਸਕਦੇ ਹਾਂ ਬਾਕੀ ਚੀਜ਼ਾਂ ਆਪਣੇ ਹੱਥ 'ਚ ਨਹੀਂ ਹੈਗੀਆਂ ਤੇ ਇੱਕ ਕੰਮ ਆ ਆਪਣਾ ਜਿਹੜਾ ਹਮੇਸ਼ਾ ਆਪਣੇ ਨਾਲ ਤੁਰੂਗਾ ਜੇ ਆਪਾਂ ਇਹਦੀ ਰਿਸਪੈਕਟ ਕਰਾਂਗੇ ਆਪਾਂ ਹਰ ਇੱਕ ਦੀ ਰਿਸਪੈਕਟ ਬਟ ਉਹ ਚੀਜ਼ਾਂ ਟੈਂਪਰਰੀ ਰਹਿ ਜਾਂਦੀਆਂ ਪਰਮਾਨੈਂਟ ਸੋ ਮੈਨੂੰ ਲੱਗਦਾ ਆਪਣੀ ਜੌਬ ਆ ਨਾ ਜਿਹੜੀ ਉਹਦੇ 'ਚ ਤੁਹਾਨੂੰ ਇਮੋਸ਼ਨਸ ਨੂੰ ਪਿੱਛੇ ਰੱਖਣਾ ਪੈਂਦਾ ਬੈਕ ਸਟੇਜ ਬਟ ਇਨ ਫਰੰਟ ਆਫ ਕੈਮਰਾ ਤੁਹਾਨੂੰ ਉੱਦਾਂ ਹੀ ਐਕਟ ਕਰਨਾ ਪੈਣਾ ਜਿੱਦਾਂ ਕੈਮਰਾ ਤੁਹਾਨੂੰ ਐਕਸ਼ਨ ਬੋਲਦਾ ਜੋ ਉਹ ਚਾਹੁੰਦਾ ਉਹੀ ਦਊਂਗੇ ਤੇ ਉਹ ਤੁਹਾਡੀ ਰਿਸਪੈਕਟ ਕਰੂਗਾ ਮਤਲਬ ਤੁਹਾਡਾ ਕੈਮਰਾ ਤੇ ਪਹਿਲਾ ਕ੍ਰਸ਼ ਹੋਣਾ ਚਾਹੀਦਾ ਵਾ ਮੇਰੇ ਪੁਆਇੰਟ ਆਫ ਵਿਊ ਨਾਲ ਕਿਉਂਕਿ ਇਹ ਸਾਡੀ ਜੌਬ ਆ ਇਹਨੇ ਸਾਨੂੰ ਰੋਟੀ ਦੇਣੀ ਆ ਇਹਨੇ ਸਾਡਾ ਇੱਕ ਸਟੈਂਡਰਡ ਵਧਾਉਣਾ ਵਾ ਤੇ ਮਤਲਬ ਲੋਕਾਂ ਦੇ ਅੱਗੇ ਇੱਜ਼ਤ ਵੀ ਬਣਾਉਣੀ ਆ ਜੋ ਕਿ ਬਣ ਵੀ ਰਹੀ ਆ ਇਹਦੇ ਕਰਕੇ ਬਹੁਤ ਮੇਰਾ ਵੀ ओके इस चीज़ ਦੇ ਵੈਸੇ ਦੋ ਜਵਾਬ ਹੈ ਜਦੋਂ ਕੋਈ ਮੁਸ਼ਕਿਲ ਆਉਂਦੀ ਹੈ ਇੱਕ ਬਹੁਤ ਸੁਪਰਫਿਸ਼ੀਅਲ ਲੈਵਲ ਤੇ ਕਿਹਾ ਜਾਏ ਸਾਰੇ ਕਹਿੰਦੇ ਬਰੀਥ ਐਂਡ ਇਟ ਐਕਚੁਅਲੀ ਹੈਲਪਸ ਜੇ ਤੁਹਾਨੂੰ ਗੁੱਸਾ ਆ ਰਿਹਾ ਹੈ ਔਰ ਕੋਈ ਅਨਪਲੇਜ਼ੈਂਟ ਸਿਚੁਏਸ਼ਨ ਹੋ ਗਿਆ ਡੂ ਡੀਪ ਬਰੀਥਿੰਗ ਆਈ ਡੂ ਦੈਟ ਇਟ ਹੈਲਪਸ ਬਟ ਜੇ ਉਸ ਤੋਂ ਸੋਲਵ ਨਹੀਂ ਹੁੰਦੀ ਦੈਨ ਹੌਸਲਾ ਰੱਖੋ ਐਂਡ ਟਰਸਟ ਗॉड ਐਂਡ ਦੈਟਸ ਇਟ ਸਿੰਪਲ
It's simple, very difficult to do, but if you do it, it's the simplest thing to do. Next. अगर आप छोटे से बच्चे होते और तो आप रोने लग जाते, तो शहनाज और सोनम आपको कैसे चुप कराते? अगर मैं क्या करके? ये हमसे सवाल है। नहीं, आप लोग दोनों से सवाल कि अगर ये बच्चे होते और ये रोने लग जाते तो आप क्या करते इन दोनों मैं तो बोलती प्लीज चुप हो जाओ, मैं आपको Balenciaga और Bottega Veneta हाँ एंड ऑफ वाइट और मैं इन सब की आपको शॉपिंग कराऊंगी जो मेरे लिए कोई मायने नहीं। आपको तो शॉपिंग बड़ी पसंद थी, आप किसी और से और मुझे तो यही पता था। तो अब ये मुझे लगता है अगर छोटे भी होते तो इनको बट शॉपिंग तो अभी भी पसंद है, तो मैं मनाने के लिए शॉपिंग पे इनको ले जाऊँ। मैं सोचती कि इनकी माँ क्या करती वो सेम मैं करती और वही चीज फील कराती, अपनी अच्छी पॉजिटिव वाइब्स देती और ये सब चीजें हो जाती। बड़े अच्छे एक्टर हो, हौसला ना फिल्म भी की थी, तुसी हौसला भी बहुत बड़े सारे हैं, तुसी इकट्ठी फिल्म की थी ते एक नकल आनी एक दूजे दी चाहे बॉडी लैंग्वेज नाल ते चाहे और डायलॉग नाल। पहली गल मैं करते हैं अध्यात्म ਨੂੰ ਛੱਡ ਕੇ परमात्मा ਨੂੰ ਛੱਡ ਕੇ ਇਹੀ ਆ ਦਿਲਜੀਤ ਦੀ ਇਹ ਚੀਜ਼ ਮਾੜੀ ਕਿਉਂ ਮੈਂ ਛੱਡਾਂ ਜਿਹੜੀ ਚ ਇੱਕ ਕੁਆਲਿਟੀ ਆ ਉਹਨਾਂ ਚ ਉਹ ਬੋਲਦੇ ਨੇ ਨਹੀਂ ਕਿਉਂ ਨਹੀਂ ਆਪਾਂ ਕਰ ਸਕਦੇ ਇਹ ਚੀਜ਼ ਇਹ ਨੈਗੇਟਿਵ ਨਹੀਂ ਆ ਪੋਜ਼ਿਟਿਵ ਆ ਮੈਂ ਬੋਲੂੰਗੀ ਇਹ ਠੀਕ ਹੈ ਜੀ ਚਲੋ ਤੁਹਾਡਾ ਹਾਂ ਤੁਸੀਂ ਹੁਣ ਇਹਨਾਂ ਦੀ ਕਰੋ ਇੱਕ ਮਿੰਟ ਅੱਜ ਜੀ ਚਾਹੋ ਮੇਰੀ ਵਿਕਰੀ ਕਰ ਦੇ ਇੱਥੇ ਕਰਦੇ ਨਾ ਹੱਸ ਕੇ ਬਾਅਦ ਚੋਂ ਕਹਿੰਦੇ ਆ ਓਕੇ ਓਕੇ हाँ हाँ ये कर देंगे अच्छा होगी चल यार इट्स वेरी हार्ड यदि मैं कर दूं ना एक मैं गल करना चाहनी है जो छड्डो यदि तो होगी होगी चल ओके बस मैं आई कांट मिमिक अच्छे एक्टर हो हाँ बट मैं मिमिक्री नहीं ना कर सकती बट ਉਹਦਾ ਆਬਜ਼ਰਵ ਕਰਕੇ ਜੋ ਦੇਖਿਆ ਦਿਲਜੀਤ ਸਾਰਾ ਦਿਨ ਬੋਲਦਾ ਹੈ ਉਹਨਾਂ ਦਾ ਮੈਨੂੰ ਲੱਗਦਾ ਪਹਿਲਾ ਪਿਆਰ ਹੈ ਇਹਨੂੰ ਪੂਰੇ ਸੈਕੰਡ ਲਵ ਇਜ਼ ਹਿਸ ਫੋਨ ਇੱਕ ਦੋ ਉੱਥੇ ਕੰਮ ਟਿਕ ਆਹੋ ਵਰਕ ਆ ਨਾ ਹਾਂ ਸਾਰਾ ਟਾਈਮ ਮੈਂ ਫੋਨ ਦੇਖਾਂ ਬਿਨਾ ਹਾਂ ਮਤਲਬ ਉਹ ਫੋਨ ਇਸ ਕਰਕੇ ਬਿਕਾਜ਼ ਆਲ ਦ ਟਾਈਮ ਹੀ ਇਜ਼ working on it ਯਾਰ ਜਦੋਂ ਐਲਬਮ ਆਈ ਜਦੋਂ ਗਾਣੇ ਆਏ ਫਿਲਮ ਆਈ ਆ ਹੈਵ ਟੂ ਕਿਉਂਕਿ ਤੁਸੀਂ ਹੁਣ ਕੋਈ ਚੈਨਲ ਤੁਹਾਨੂੰ ਪ੍ਰਮੋਟ ਨਹੀਂ ਕਰੇਗਾ ਤੁਹਾਨੂੰ ਆਪਣਾ ਇਹ ਚੀਜ਼ ਮੈਂ ਸਿੱਖੀ ਮੈਨੂੰ ਸਭ ਤੋਂ ਪਹਿਲਾਂ ਸਿਖਾਉਣ ਵਾਲੇ ਕਿ ਸਭ ਤੋਂ ਵੱਡੇ ਆਪਣੀ ਪੀਆਰ ਏਜੰਟ ਤੁਸੀਂ ਆਪ ਹੋ ਇਹ ਵੀ ਡੰਡਾ ਨੇ ਸਿਖਾਈ ਸੋ ਮੇਰਾ ਸੋਸ਼ਲ ਮੀਡੀਆ ਦੀ ਜਿਹੜੀ ਸਭ ਤੋਂ ਪਹਿਲਾਂ ਇਨਸਪੀਰੇਸ਼ਨ ਆਈ ਸੀ ਪਰ ਜਦੋਂ ਦਾ ਮੈਂ ਇੱਥੇ ਆਇਆ ਤਾਂ ਮੈਨੂੰ ਇੰਗਲਿਸ਼ ਕਰਕੇ ਬਹੁਤ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਡੀ ਲਾਈਫ ਦੀ ਕੋਈ ਇਦਾਂ ਦੀ ਇਨਸੀਡੈਂਟ ਜਿਹੜੀ ਇੰਗਲਿਸ਼ ਪਹਿਲੀ ਵਾਰੀ ਕੋਈ ਹੋਇਆ ਸੀ ਔਰ ਬਹੁਤ ਫਨੀ ਸੀਗਾ ਪਰ ਇੰਗਲਿਸ਼ ਦੀ ਪ੍ਰੋਬਲਮ ਕਰਕੇ ਕੋਈ ਇਨਸੀਡੈਂਟ ਫਨੀ ਹੋਇਆ ਹੋਵੇ ਤੁਹਾਡੇ ਨਾਲ ਦੋ ਐਗਜ਼ਾਮਪਲ ਆ ਤੁਹਾਡੇ ਕੋਲ ਹਾਂ ਮੈਂ ਤੁਹਾਨੂੰ ਵੀ ਸੇਮ ਹੀ ਪੁੱਛ ਰਿਹਾ ਇਨਸੀਡੈਂਟ ਸੇ ਹੀ ਯਾਰ ਚੁੱਪ ਨਹੀਂ ਹਲਾ ਦੋ ਜਾਂ ਇਦਾਂ ਇਹ ਹੈ ਕਿ ਆਪਾਂ ਦਾ ਮਜ਼ਾਕ ਬਣ ਜਾਂਦਾ ਆਪਾਂ ਜਿਹੜੇ ਵਰਡਸ ਜਿਹੜੇ ਆਪਾਂ ਪ੍ਰੋਨਾਂਸ ਨਹੀਂ ਕਰ ਸਕਦੇ ਨਾ ਤੇ ਉਹ ਲੋਕੀ ਸਮਝਦੇ ਆ ਲੈ ਜਾਣ ਕੇ ਕਰਦਾ ਪਰ ਪਹਿਲੀ ਵਾਰੀ ਕਦੋਂ ਹੋਇਆ ਸੀ ਪਹਿਲੀ ਵਾਰੀ ਮੈਂ ਟਿਊਸ਼ਨ ਪੜ੍ਹਦੀ ਹੁੰਦੀ ਸੀ ਐਂਡ ਟਿਊਸ਼ਨ ਤੇ ਮੈਂ ਪਰਫਿਊਮ ਨੂੰ ਫਰਗਿਊਮ ਕਹਿੰਦਾ ਤੇ ਮੇਰੇ ਤੇ ਬਹੁਤ ਹਾਸੇ ਹੁਣ ਮੈਨੂੰ ਪਤਾ ਹੀ ਨਹੀਂ ਸੀ ਮੈਂ ਕਦੀ ਸਿੱਖ ਹੀ ਨਹੀਂ ਪਾਈ ਇੰਗਲਿਸ਼ ਮੈਂ ਉਦਣ ਵੀ ਅਕਲ ਨਹੀਂ ਸਿੱਖੀ ਕਿ ਮੈਨੂੰ ਇੰਗਲਿਸ਼ 'ਚ ਯਾਰ ਮਜ਼ਾਕ ਹੁੰਦਾ ਮੈਂ ਸਿੱਖ ਹੀ ਨਹੀਂ ਪਾਈ ਲਾਈਫ 'ਚ ਤੇ ਉਹੀ ਮੈਨੂੰ ਮੇਰੀ ਇੰਗਲਿਸ਼ ਨਾ ਆਉਣ ਤੇ ਮੈਨੂੰ ਲੋਕ ਪਸੰਦ ਕਰਦੇ ਨੇ ਮੈਨੂੰ ਲੱਗਦਾ ਕੋਈ ਲਿਫਟ ਸੀਗਾ ਸ਼ਾਇਦ ਮੈਨੂੰ ਨਹੀਂ ਸੀ ਪਤਾ ਕਿ ਜਦੋਂ ਲਿਫਟ ਖੁੱਲਦੀ ਹੈ ਤਾਂ ਜਿਹੜਾ ਬੰਦਾ ਅੰਦਰ ਆ ਉਹ ਪਹਿਲਾਂ ਬਾਹਰ ਆਊਗਾ ਫਿਰ ਤੁਸੀਂ ਅੰਦਰ ਜਾਣਾ ਸਾਡਾ ਬਸ ਇਹੀ ਆ ਵੀ ਲਿਫਟ ਪੂਰੀ ਤੇ ਵੜ ਜਾਓ ਤੇ ਮੈਂ ਇਦਾਂ ਵੜ ਗਿਆ ਤੇ ਗੋਰੇ ਨੇ ਪਤਾ ਨਹੀਂ ਕੀ ਕਿਹਾ ਮੈਂ ਕਿਹਾ ਨੋ ਪ੍ਰੋਬਲਮ ਸੇਮ ਟੂ ਯੂ ਉਹ ਉਹਦੇ ਗਾਲ ਨੂੰ ਕੱਢੀ ਉਹਦੇ ਵਿਚਾਰੇ ਨੇ ਆਪਣੇ ਤੋਂ ਦੈਨ ਮੈਨੂੰ ਇੱਕ ਯਾਦ ਆ ਮੈਂ ਤੇ ਨੀਰੂ ਜੀ ਸ਼ੂਟ ਕਰਦੇ ਪਏ ਸੀ ਜੱਟ ਐਂਡ ਜੂਲੀਅਟ ਦਾ ਤੇ ਠੰਡ ਬਹੁਤ ਸੀ ਤੇ ਅਸੀਂ ਦੁਕਾਨ 'ਚ ਵੜ ਜਾਂਦੇ ਸੀ ਸ਼ੂਟਿੰਗ ਕਰਕੇ ਤੇ ਸ਼ਾਟ ਦਿੱਤਾ ਦੁਕਾਨ 'ਚ ਵੜ ਗਏ ਸ਼ਾਟ ਉਹ ਲੇਡੀ ਨੇ ਤਿੰਨ ਚਾਰ ਵਾਰੀ ਅਬਜ਼ਰਵ ਕੀਤਾ ਕਿ ਇਹਨਾਂ ਨੇ ਲੈਣਾ ਕੁਛ ਹੈ ਨਹੀਂ ਐਵੇਂ ਘੁੰਮੀ ਦੇਖੀ ਜਾਂਦੇ ਕਿਉਂਕਿ ਹੀਟਰ ਲੱਗਾ ਸੀ ਤੇ ਬਾਹਰ ਬਹੁਤ ਠੰਡ ਸੀ ਤੇ ਉਹ ਚੌਥੀ ਕੁ ਵਾਰ ਸਾਨੂੰ ਪੈ ਗਈ ਉਹਨੇ ਗਾਲਾਂ ਗੂਲਾਂ ਕੱਢੀਆਂ ਚੰਗੀ ਤੇ ਹੁਣ ਨੀਰੂ ਜੀ ਨੂੰ ਗੁੱਸਾ ਆ ਗਿਆ ਉਹਨਾਂ ਨੇ ਵੀ ਬੋਲਿਆ
ਹੁਣ ਨੀਰੂ ਮੇਰੇ ਨਾਲ ਵੀ ਦੇਖ ਰਿਹਾ ਵੀ ਤੂੰ ਵੀ ਬੋਲ ਵੀ ਉਹਨੇ ਆਪਾਂ ਨੂੰ ਗਾਲਾਂ ਕੱਢੀਆਂ। ਹੁਣ ਮੈਂ ਤਾਂ ਬੋਲਾਂ ਜੇ ਮੈਨੂੰ ਕੋਈ ਗਾਲ ਦਾ ਪਤਾ ਲੱਗਾ ਹੋਵੇ ਤਾਂ ਮੈਨੂੰ ਤਾਂ ਲੱਗਾ ਬੜੀ ਬੋਲੀ ਜਾਂਦੀ ਹੈ ਤਾਂ ਉਹ ਕੱਢਦੀ ਸਾਨੂੰ ਗਾਲਾਂ। ਸੋ ਮੈਂ ਫਿਰ ਉਹਨਾਂ ਦਾ ਸਾਥੀ ਨਹੀਂ ਬਣ ਸਕਿਆ ਨੀਰੂ ਜੀ ਦਾ ਨਾਲ ਗਾਲਾਂ ਕੱਢਣ ਦੇ, ਕਿਉਂਕਿ ਮੈਨੂੰ ਪਤਾ ਨਹੀਂ ਲੱਗਾ ਕਿ ਵਿਚਾਰੀ ਨੇ ਕੀ ਕੀਤਾ। How did you decide what you were going to do? वैसे मैं इतना डिसाइड नहीं किया। आई जस्ट आस्क्ड व्हाट आर माय को-स्टार्स वेयरिंग, फिर मैं पता लगाया, मैं अच्छा, दो वो तो ऑप्शन साहब लेके ना। आई सी, फिर मैं हाँ चूज कर लिया। ਤੇ ਮੈਂ ਇਹ ਵੀ ਨਹੀਂ ਪੁੱਛਿਆ ਮੇਰੇ ਕੋ-ਸਟਾਰ ਕੀ ਪਾ ਰਿਹਾ, ਮੈਨੂੰ ਜੋ ਪਸੰਦ ਨਾ ਹੋਵੇ। ਹਾਂ ਜੇ ਕਲਰ ਮੈਚ ਹੋ ਰਿਹਾ ਠੀਕ ਆ, ਨਹੀਂ ਤਾਂ ਫਿਰ ਚੇਂਜ ਕਰ ਲਾਂਗੇ। ਮੇਰੇ ਕੋਲ ਕੋਈ ਆਪਸ਼ਨ ਨਹੀਂ, ਕਿਉਂਕਿ ਮੈਂ ਬਹੁਤ ਚਿਰ ਤੱਕ ਇੰਗਲੈਂਡ ਆਇਆ ਤੇ ਮੈਂ Airbnb ਤੇ ਰਹਿ ਰਿਹਾ ਸੀ, ਉੱਥੇ ਧੋਣ ਨੂੰ ਕੱਪੜੇ ਨਹੀਂ ਧੋਤੇ, ਸੋ ਇਹੀ ਬਚਿਆ ਸੀ। ताज़ा और लेटेस्ट बॉलीवुड न्यूज, गॉसिप्स, फिल्म रिव्यूज, सॉन्ग रिव्यूज के लिए सब्सक्राइब करें हमारे चैनल बॉलीवुड सन को एंड यस डोंट फॉरगेट टू प्रेस द बेल आइकन।